ਬੜੇ ਵਰਿਆਂ ਤੋਂ ਉਹਦੇ ਤੇ ਮੇਰੇ ਵਿਚਕਾਰ ਨਾ ਹੀ ਕੋਈ ਨਫ਼ਰਤ ਹੈ ਤੇ ਨਾ ਕੋਈ ਪਿਆਰ, ਨਾ ਹੀ ਕੋਈ ਨਿੱਘਾ ਰਿਸ਼ਤਾ, ਨਾ ਤਕਰਾਰ, ਨਾ ਕੋਈ ਖਤ, ਨਾ ਕੋਈ ਸੁਨੇਹਾ ਇੱਕ ਦੂਜੇ ਤੱਕ ਪਹੁੰਚੇ 7 ਸਮੁੰਦਰੋਂ ਪਾਰ। ਬਸ ਇੱਕ ਦੂਜੇ ਦਾ WhatsApp ਨੰਬਰ ਹੈ ਸਾਡੇ ਦੋਹਾਂ ਕੋਲੇ। ਜਦੋਂ ਵੀ ਕੋਈ ਸਟੇਟਸ ਪਾਵਾਂ ਸਭ ਤੋਂ ਪਹਿਲਾਂ ਮੇਰਾ ਸਟੇਟਸ ਉਹ ਹੀ ਵਿਊ ਕਰਦੀ ਹੈ। ਜਦੋਂ ਵੀ ਕੋਈ ਸਟੇਟਸ ਪਾਵਾਂ ਸਭ ਤੋਂ ਪਹਿਲਾਂ ਮੇਰਾ ਸਟੇਟਸ ਉਹ ਹੀ ਵਿਊ ਕਰਦੀ ਹੈ। ਮੈਂ ਵੀ ਨਵਾਂ ਸਟੇਟਸ ਉਸਦਾ ਸਭ ਤੋਂ ਪਹਿਲਾਂ ਦੇਖ ਲੈਂਦਾ ਹਾਂ ਝਾਤੀ ਮਾਰ। ਬਸ ਇੰਨੇ ਨਾਲ ਹੀ ਜੁੜੇ ਹੋਏ ਹਾਂ ਦੋਵੇਂ 7 ਸਮੁੰਦਰੋਂ ਪਾਰ। ਇਸ ਤੋਂ ਬਿਨਾਂ ਨਾ ਕੋਈ ਰਿਸ਼ਤਾ, ਨਾ ਮੁਹੱਬਤ, ਨਾ ਤਕਰਾਰ, ਸਾਡੇ ਦੋਹਾਂ ਦੇ ਵਿਚਕਾਰ ਇੱਕ ਸਟੇਟਸ ਦਾ ਹੀ ਰਿਸ਼ਤਾ ਹੈ, ਇੱਕ ਸਟੇਟਸ ਦਾ ਹੀ ਰਿਸ਼ਤਾ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪਲੱਸ ਟੀਵੀ ਤੇ ਮੈਂ ਹਾਂ ਗੁਰਦੇਵ ਧਾਲੀਵਾਲ। ਲੈ ਕੇ ਹਾਜ਼ਰ ਹੋ ਗਿਆ ਜੀ ਇੱਕ ਹੋਰ ਨਵਾਂ ਐਪੀਸੋਡ, ਇੱਕ ਹੋਰ ਨਵੀਂ ਸ਼ਖਸੀਅਤ ਦੇ ਨਾਲ। ਅੱਜ ਸਾਡੇ ਨਾਲ ਹੋਣਗੇ ਡਾਕਟਰ ਅਮਰਜੀਤ ਸਿੰਘ ਕੌਂਕੇ ਹੋਰੀ। ਡਾਕਟਰ ਸਾਹਿਬ ਬਾਰੇ ਮੈਂ ਦੱਸ ਦੇਵਾਂ ਕਿ ਡਾਕਟਰ ਕੌਂਕੇ ਦਾ ਨਾਮ ਪੰਜਾਬੀ ਸਾਹਿਤ ਦੇ ਵਿੱਚ ਬੜਾ ਜਾਣਿਆ ਪਛਾਣਿਆ ਨਾਮ ਹੈ। ਇਹ ਪੰਜਾਬੀ ਸਾਹਿਤ ਦੇ ਇਹ ਵਾਹਿਦ ਇੱਕ ਐਸੇ ਸ਼ਾਇਰ ਨੇ ਜਿਹੜੇ ਪੰਜਾਬੀ ਦੇ ਨਾਲ ਨਾਲ ਹਿੰਦੀ ਸਾਹਿਤ ਦੇ ਵਿੱਚ ਵੀ ਜਿਨ੍ਹਾਂ ਦਾ ਨਾਮ ਬੜਾ ਸਤਿਕਾਰ ਨਾਲ ਲਿਆ ਜਾਂਦਾ ਹੈ। ਪਿਛਲੇ 18 ਸਾਲ ਤੋਂ ਇੱਕ ਮੈਗਜ਼ੀਨ ਪ੍ਰਤੀਮਾਨ ਜਿਸ ਦੀ ਉਹ ਸੰਪਾਦਨਾ ਕਰ ਰਹੇ ਨੇ। ਅਨੁਵਾਦ ਦੇ ਖੇਤਰ ਵਿੱਚ ਵੀ ਇਹਨਾਂ ਨੇ ਵੱਡਾ ਕਾਰਜ ਕੀਤਾ ਹੈ। ਸੋ ਅੱਜ ਇਹਨਾਂ ਨਾਲ ਹੋਣਗੀਆਂ ਖੁੱਲ੍ਹੀਆਂ ਗੱਲਾਂ ਬਾਤਾਂ ਇਹਨਾਂ ਦੀ ਕਵਿਤਾ ਬਾਰੇ, ਅਨੁਵਾਦ ਬਾਰੇ, ਮੈਗਜ਼ੀਨ ਬਾਰੇ। ਸੋ ਪਹਿਲਾਂ ਆਪਾਂ ਡਾਕਟਰ ਸਾਹਿਬ ਦਾ ਸਵਾਗਤ ਕਰ ਲਈਏ, ਫਿਰ ਕਰਦੇ ਹਾਂ ਗੱਲਬਾਤ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ। ਥੈਂਕ ਯੂ ਗੁਰਦੇਵ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਟਾਈਮ ਕੱਢਿਆ ਅੱਜ। ਧੰਨਵਾਦ ਜੀ, ਧੰਨਵਾਦ ਸਮਾਂ ਦੇਣ ਲਈ। ਡਾਕਟਰ ਸਾਹਿਬ ਆਪਾਂ ਪਹਿਲਾਂ ਵੀ ਮੁਲਾਕਾਤ ਕੀਤੀ ਹੈ ਨਾ, 3 ਸਾਲ ਪਹਿਲਾਂ। ਉਦੋਂ ਆਪਾਂ ਬੜੀ ਲੰਬੀ ਮੁਲਾਕਾਤ ਸੀ ਆਪਣੀ, ਉਹਦੇ ਵਿੱਚ ਆਪਾਂ ਕਵਿਤਾ ਬਾਰੇ ਬੜੀ ਖੁੱਲ੍ਹ ਕੇ ਗੱਲਬਾਤ ਕੀਤੀ। ਤੇ ਇਸ ਵਾਰ ਮੇਰਾ ਮਨ ਆ ਕਿ ਕਵਿਤਾ ਤੋਂ ਥੋੜਾ ਹਟ ਕੇ ਆਪਾਂ ਅਨੁਵਾਦ ਦੀ ਗੱਲ ਕਰੀਏ ਜੀ, ਕਿਉਂਕਿ ਤੁਹਾਡਾ ਬੜਾ ਲੰਬਾ ਕਾਰਜ ਆ ਅਨੁਵਾਦ ਦੇ ਵਿੱਚ। ਬਹੁਤ ਸਾਰੀਆਂ ਪੁਸਤਕਾਂ ਤੁਸੀਂ ਦਰਜਨ ਭਰ ਦੇ ਕਰੀਬ ਜਾਂ ਉਸ ਤੋਂ ਵੱਧ ਹੋ ਸਕਦੀਆਂ ਨੇ ਤੁਸੀਂ ਜਿਹੜੀਆਂ ਅਨੁਵਾਦ ਕੀਤੀਆਂ ਨੇ, ਔਰ ਅਨੁਵਾਦ ਦੇ ਖੇਤਰ ਵਿੱਚ ਹੀ ਤੁਹਾਨੂੰ ਭਾਰਤੀ ਸਾਹਿਤ ਅਕਾਦਮੀ ਦਾ ਅਵਾਰਡ ਵੀ ਮਿਲਿਆ ਹੈ। ਤੇ ਹੁਣ ਜਿਹੜੀ ਰੀਸੈਂਟ ਤੁਹਾਡੀ ਕਿਤਾਬ ਨਵੀਂ ਛਪ ਕੇ ਆਈ ਹੈ ਜਿਸ ਦਾ ਨਾਂ ਆ ਬਚਿਆ ਰਹੇਗਾ ਸਾਰਾ ਕੁਝ, ਹੈ ਨਾ, ਅੱਜ ਕੱਲ੍ਹ ਬੜੀ ਚਰਚਾ ਦਾ ਵਿਸ਼ਾ ਆ। ਸੋ ਇਸ ਕਿਤਾਬ ਬਾਰੇ ਸਾਨੂੰ ਪਹਿਲਾਂ ਦੱਸੋ। ਨਹੀਂ, ਇਹ ਗੁਰਦੇਵ ਜੀ ਇਸ ਤਰ੍ਹਾਂ ਹੋਇਆ ਕਿ ਮੈਂ ਜਿਹੜੇ ਹਿੰਦੀ ਦੇ ਵੱਡੇ ਕਵੀ ਸੀ ਸਾਰੇ ਜੀ, ਤਾਂ ਮੈਂ ਉਹਨਾਂ ਨੂੰ ਕਿਤਾਬੀ ਰੂਪ ਦੇ ਵਿੱਚ ਜਿਹੜਾ ਨਾ ਉਹਨਾਂ ਨੂੰ ਅਨੁਵਾਦ ਕੀਤਾ ਸਾਰਿਆਂ ਨੂੰ ਜੀ। ਮਤਲਬ ਭਾਵੇਂ ਡਾਕਟਰ ਕੇਦਾਰਨਾਥ ਸਿੰਘ ਸੀ, ਕੁੰਵਰ ਨਾਰਾਇਣ ਸੀ, ਅਰੁਣ ਕਮਲ ਸੀ, ਅਰਜੇ ਜੋਸ਼ੀ ਸੀ, ਹੈ ਨਾ, ਇਸ ਤਰ੍ਹਾਂ ਜਿਹੜੇ ਸਾਰੇ ਕਵੀ ਇਹਨਾਂ ਨੂੰ ਮੈਂ ਕਿਤਾਬੀ ਰੂਪ ਦੇ ਵਿੱਚ ਅਨੁਵਾਦ ਕੀਤਾ। ਤਾਂ ਪਰ ਮੈਂ ਉਹ 'ਚ ਇਹ ਹੋਇਆ ਵੀ ਜਿਹੜਾ ਕਿਤਾਬੀ ਰੂਪ 'ਚ ਜਦੋਂ ਅਸੀਂ ਅਨੁਵਾਦ ਕੀਤਾ ਤਾਂ ਉਹ ਕਿਤਾਬਾਂ ਸਾਰੀਆਂ ਸਾਹਿਤ ਅਕਾਡਮੀ ਨੇ ਛਾਪੀਆਂ ਜਾਂ ਹੋਰ ਜਿਹੜੀਆਂ ਸੰਸਥਾਵਾਂ ਸੀ, NBT ਨੇ ਛਾਪੀਆਂ, ਭਾਸ਼ਾ ਵਿਭਾਗ ਨੇ ਛਾਪੀਆਂ। ਉਹ 'ਚ ਕੀ ਹੋਇਆ ਵੀ ਜਿਹੜੀਆਂ ਕਿਤਾਬਾਂ ਬਹੁਤੀਆਂ ਸੀ ਨਾ ਉਹ ਆਮ ਲੋਕਾਂ ਤੱਕ ਨਹੀਂ ਪਹੁੰਚੀਆਂ, ਪੰਜਾਬੀ ਪਾਠਕਾਂ ਤੱਕ, ਜਿੱਥੋਂ ਤੱਕ ਮੈਂ ਇਸ ਗੱਲ ਨੂੰ ਪਹੁੰਚਾਉਣਾ ਚਾਹੁੰਦਾ ਸੀ। ਮਤਲਬ ਅਨੁਵਾਦ ਦਾ ਵੈਸੇ ਤਾਂ ਇੱਕੋ ਹੀ, ਅਨੁਵਾਦ ਦਾ ਮਹੱਤਵ ਬਹੁਤ ਵੱਡਾ, ਕਿਉਂਕਿ ਅਨੁਵਾਦ ਦੇ ਨਾਲ ਅਸੀਂ ਜਿਹੜੀਆਂ ਦੂਜੀਆਂ ਭਾਸ਼ਾਵਾਂ ਵਾ ਉਹਦੇ ਵਿੱਚ ਕਿੱਦਾਂ ਦਾ ਸਾਹਿਤ ਲਿਖਿਆ ਜਾ ਰਿਹਾ, ਦੂਜੇ ਜਿਹੜੇ ਸਾਡੇ ਕਲਚਰ ਨੇ, ਦੂਜੇ ਸੱਭਿਆਚਾਰ ਨੇ, ਦੂਜੀਆਂ ਸੰਸਕ੍ਰਿਤੀਆਂ ਨੇ, ਉਹਨਾਂ ਦੇ ਨਾਲ ਜਾਣੀ ਸਾਡੀ ਜਿਹੜੀ ਆ ਸਾਨੂੰ ਆਪਣਾ ਦਾਇਰਾ ਮੋਕਲਾ ਕਰਨ ਵਾਸਤੇ, ਆਪਣੀ ਗਿਆਨ ਦਾ ਦਾਇਰਾ ਵਧਾਉਣ ਵਾਸਤੇ, ਤਾਂ ਸਾਨੂੰ ਇਹਦੀ ਬੜੀ ਅਨੁਵਾਦ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਕੰਮ ਦੇ ਵਿੱਚ ਜੀ। ਤਾਂ ਇਸ ਕਰਕੇ ਮੇਰੇ ਮਨ 'ਚ ਵੀ ਇਹ ਇੱਛਾ ਸੀ ਕਿ ਮੈਂ ਅਨੁਵਾਦ ਦੇ ਥਰੂ ਜਾਣੀ ਜਿਹੜੀ ਆ ਖਾਸ ਤੌਰ 'ਤੇ ਹਿੰਦੀ ਵਿੱਚ ਜਿਹੜੀ ਲਿਖੀ ਜਾ ਰਹੀ ਕਵਿਤਾ, ਤਾਂ ਉਹਦੇ ਨਾਲ ਜਿਹੜੀ ਪੰਜਾਬੀ ਪਾਠਕਾਂ ਦਾ ਇੱਕ ਰਾਬਤਾ ਬਣੇ, ਪੰਜਾਬੀ ਪਾਠਕਾਂ ਨੂੰ ਪਤਾ ਲੱਗੇ ਕਿ ਕਿਸ ਤਰ੍ਹਾਂ ਦਾ ਜਿਹੜਾ ਲਿਟਰੇਚਰ ਹੈ ਜਾਂ ਕਿਸ ਤਰ੍ਹਾਂ ਦਾ ਸਾਹਿਤ ਹੈ ਜਿਹੜਾ ਉਹ ਹਿੰਦੀ ਵਿੱਚ ਜਾਂ ਦੂਜੀਆਂ ਭਾਸ਼ਾਵਾਂ 'ਚ ਲਿਖਿਆ ਜਾ ਰਿਹਾ ਜੀ। ਅਤੇ ਉਹ ਹੋਇਆ ਇਹ ਕਿ ਉਹ ਜਿਹੜੀਆਂ ਕਵਿਤਾਵਾਂ, ਜਦੋਂ ਮੈਂ ਤੁਹਾਨੂੰ ਦੱਸਿਆ ਕਿ ਜਿਵੇਂ ਮੈਂ ਪਹੁੰਚਾਉਣਾ ਚਾਹੁੰਦਾ ਸੀ, ਉਹ ਜਿਹੜੀਆਂ ਕਿਤਾਬਾਂ ਤਾਂ ਛਪ ਗਈਆਂ ਪਰ ਉਹ ਆਮ ਪਾਠਕਾਂ ਤੱਕ ਉਹਨਾਂ ਦੀ ਪਹੁੰਚ ਨਹੀਂ ਹੋਈ ਜੀ। ਅਤੇ ਫਿਰ ਮੇਰੇ ਮਨ ਦੇ ਵਿੱਚ ਇੱਕ ਵਿਚਾਰ ਉੱਠਿਆ ਕਿ ਮੈਂ ਜਿਹੜੇ ਹਿੰਦੀ ਦੇ ਵੱਡੇ ਕਵੀ ਆ, ਜਿਹੜੇ ਅਗਰਜ ਕਵੀ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ, ਜਿਹੜੇ ਆਦਰਸ਼ ਨੇ, ਜਿਹੜੇ ਮਾਡਲ ਨੇ ਜਿਹੜੇ, ਤਾਂ ਉਹਨਾਂ ਦੀਆਂ ਮੈਂ 10-10, 8-8, 10-10 ਕਵਿਤਾਵਾਂ ਇਕੱਠੀਆਂ ਲੈ ਕੇ ਫਿਰ ਮੈਂ 21 ਕਵੀਆਂ ਦੀ ਚੋਣ ਕੀਤੀ ਜੀ। ਤਾਂ ਜਿਹੜੀ ਉਹ 21 ਕਵੀਆਂ ਦੀ ਚੋਣ ਕਰਕੇ ਫਿਰ ਮੈਂ 21 ਕਵੀਆਂ ਨੂੰ ਉਹਨਾਂ ਨੂੰ ਅਨੁਵਾਦ, ਉਹਨਾਂ ਦੀਆਂ ਕਵਿਤਾਵਾਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਇਕੱਠਾ ਕਰਕੇ ਅਤੇ ਇਹ ਕਿਤਾਬ ਜਿਹੜੀ ਪੰਜਾਬੀ ਦੇ ਵਿੱਚ ਜਿਹੜੀ ਪਬਲਿਸ਼ ਹੋਈ। ਅਤੇ ਇਹਦੇ ਨਾਲ ਮੈਨੂੰ ਇਹ ਵੀ ਲੱਗਦਾ ਕਿ ਜਿਹੜੀ ਇਹ ਕਿਤਾਬ ਬਿਲਕੁਲ ਜਿਹੜੀ ਆਮ ਲੋਕਾਂ ਤੱਕ, ਆਮ ਪਾਠਕਾਂ ਤੱਕ ਜਿਹੜੀ ਪਹੁੰਚੂਗੀ, ਆਮ ਮਤਲਬ ਸ਼ਾਇਰ ਜਿਹਨੇ ਜਿਹੜੇ ਉਹਨਾਂ ਤੱਕ ਵੀ ਪਹੁੰਚੂਗੀ। ਤਾਂ ਸਾਨੂੰ ਇਸ ਤਰ੍ਹਾਂ ਪਤਾ ਲੱਗਦਾ ਕਿ ਇੱਕ ਜਿਹੜੀ ਦੂਜੀ ਭਾਸ਼ਾ ਉਹਦੇ ਵਿੱਚ ਜਿਹੜਾ
ਕਾਵ ਦ੍ਰਿਸ਼ ਜਿਹੜਾ ਕਿਹੋ ਜਿਹਾ ਵਾ, ਉਹਦੇ ਵਿੱਚ ਜਿਹੜਾ ਕਾਵ ਐਪੀਸੋਡ ਜਿਹੜਾ ਕਿਸ ਤਰ੍ਹਾਂ ਦਾ ਜਾਣੀ ਚੱਲ ਰਿਹਾ ਵਾ, ਕਿਸ ਤਰ੍ਹਾਂ ਲੋਕ ਕਵਿਤਾ ਲਿਖ ਰਹੇ, ਕਿਸ ਤਰ੍ਹਾਂ ਦੇ ਬਿੰਬ ਲਿਖ ਰਹੇ, ਕਿਸ ਤਰ੍ਹਾਂ ਦਾ ਉਹ ਸ਼ੈਲੀ ਨੂੰ ਯੂਜ਼ ਕਰ ਰਹੇ, ਕਿਸ ਤਰ੍ਹਾਂ ਦੀ, ਹੈ ਨਾ। ਤਾਂ ਇਹ ਮੇਰਾ ਜਿਹੜਾ ਇਹਦਾ ਮਕਸਦ ਸੀਗਾ ਜਿਹੜਾ ਮੇਨ ਬਚਿਆ ਰਹੇਗਾ ਸਾਰਾ। ਤੁਸੀਂ ਲੰਬੇ ਸਮੇਂ ਤੋਂ ਅਨੁਵਾਦ ਦੇ ਖੇਤਰ ਵਿੱਚ ਹੋ। ਹਾਂਜੀ ਹਾਂ। ਤੇ ਜਦੋਂ ਅਸੀਂ ਕਵਿਤਾ ਨੂੰ ਅਨੁਵਾਦ ਕਰਦੇ ਹਾਂ, ਹਨਾ, ਸਿਰਫ ਟਰਾਂਸਲੇਸ਼ਨ ਕਰ ਦੇਣੀ ਹੀ ਮਤਲਬ ਕਾਫੀ ਨਹੀਂ, ਹਨਾ, ਉਹਦੇ ਭਾਵਾਂ ਨੂੰ ਫੜਨਾ ਹੁੰਦਾ। ਤੇ ਕਿਹੜੀਆਂ ਚੁਣੌਤੀਆਂ ਜਿਹੜੀਆਂ ਤੁਸੀਂ ਤੁਹਾਡੇ ਸਾਹਮਣੇ ਹੁੰਦੀਆਂ ਨੇ? ਹਾਂਜੀ, ਅਨੁਵਾਦ ਵਿੱਚ ਸਭ ਤੋਂ ਵੱਡੀ ਚੁਣੌਤੀ ਤਾਂ ਇਹ ਹੁੰਦੀ ਕਿ ਤੁਸੀਂ ਅਨੁਵਾਦ ਕਰਦੇ ਸਮੇਂ ਦੇਖੋ 2-3 ਤਰ੍ਹਾਂ ਦਾ ਅਨੁਵਾਦ ਜਿਹੜਾ ਸਾਡੇ ਸਾਹਮਣੇ ਆਉਂਦਾ ਦੇਖਣ ਵਾਸਤੇ ਜੀ। ਇੱਕ ਤਾਂ ਅਨੁਵਾਦ ਉਹ ਹੁੰਦਾ ਕਿ ਜਿਹੜਾ ਸ਼ਬਦਿਕ ਅਨੁਵਾਦ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਸ਼ਬਦਾਂ ਨੂੰ ਚੁੱਕ ਕੇ ਸ਼ਬਦਾਂ 'ਚ ਅਨੁਵਾਦ ਕਰਤਾ, ਜਾਂ ਤੁਸੀਂ ਡਿਕਸ਼ਨਰੀ ਚੱਕ ਲਈ ਤਾਂ ਡਿਕਸ਼ਨਰੀ ਨਾਲ ਸ਼ਬਦਾਂ ਨੂੰ ਅਨੁਵਾਦ ਕਰਤਾ ਜੀ, ਬਿਲਕੁਲ। ਤਾਂ ਜਾਂ ਤੁਸੀਂ ਗੂਗਲ ਟਰਾਂਸਲੇਸ਼ਨ ਅੱਜ ਕੱਲ੍ਹ ਬੜੀ ਪ੍ਰਚਲਿਤ ਉਹ ਕਰਤੀ। ਤੇ ਦੂਸਰੀ ਕਿਸਮ ਦਾ ਅਨੁਵਾਦ ਹੁੰਦਾ ਜਿਹੜਾ ਭਾਵ ਅਨੁਵਾਦ। ਤੁਸੀਂ ਕਿਸੇ ਚੀਜ਼ ਦੇ ਕਵਿਤਾ ਦੇ, ਕਿਉਂਕਿ ਕਵਿਤਾ ਮੈਂ ਸਮਝਦਾ ਕਿ ਮੈਂ ਨਾਵਲ ਵੀ ਅਨੁਵਾਦ ਕੀਤੇ, ਮੈਂ ਕਹਾਣੀਆਂ ਵੀ ਅਨੁਵਾਦ ਕੀਤੀਆਂ, ਪਰ ਮੈਨੂੰ ਲੱਗਦਾ ਕਿ ਜਿਹੜੀ ਕਵਿਤਾ ਅਨੁਵਾਦ ਕਰਨੀ ਹੈ ਜਿਹੜੀ ਉਹ ਸਭ ਤੋਂ ਔਖਾ ਕੰਮ ਆ। ਬਿਲਕੁਲ। ਮਤਲਬ ਕਵਿਤਾ ਦੇ ਵਿੱਚ ਕਿਉਂਕਿ ਉਹਦੇ ਬਿੰਬ, ਉਹਦੇ ਮੈਟਾਫਰ ਜਿਹੜੇ ਆ, ਉਹਦੇ ਉਹ ਤੁਸੀਂ ਉਹਨੂੰ ਕਿਸ ਤਰ੍ਹਾਂ ਉਹਨੂੰ ਮਤਲਬ ਕਈ ਵਾਰੀ ਉਹ ਜਿਹੜੇ ਦੂਸਰੀ ਭਾਸ਼ਾ ਦੇ ਜਾਂ ਦੂਸਰੇ ਸੱਭਿਆਚਾਰ ਦੇ ਜਿਹੜੇ ਮੈਟਾਫਰ ਹੁੰਦੇ ਉਹ ਸਾਡੇ ਕੋਲ ਹੁੰਦੇ ਹੀ ਨਹੀਂ ਉਹ ਜਾਣੀ, ਹੈ ਨਾ। ਮੰਨ ਲਓ ਵੀ ਜਿਵੇਂ ਤੁਸੀਂ ਕਨਫੈਸ਼ਨ ਆ, ਜਿਵੇਂ ਅੰਗਰੇਜ਼ੀ ਦਾ ਸ਼ਬਦ ਆ ਕਨਫੈਸ਼ਨ, ਬਿਲਕੁਲ, ਤਾਂ ਜਿਹੜਾ ਕਨਫੈਸ਼ਨ ਦਾ ਕੰਸੈਪਟ ਆ ਸਾਡੇ ਪੰਜਾਬੀ 'ਚ ਹੈ ਹੀ ਨਹੀਂ ਜਾਣੀ, ਹੈ ਨਾ। ਇਸੇ ਤਰ੍ਹਾਂ ਹੀ ਮੈਂ ਆਹ ਕਿਤਾਬ ਕਰਦਾ ਪਿਆ ਸੀ ਜਦੋਂ, ਤਾਂ ਇਸ ਕਿਤਾਬ ਦੇ ਵਿੱਚ ਸਾਡੇ ਇੱਕ ਦੋਸਤ ਨੇ ਆਤਮਾ ਰੰਜਨ, ਉਹਨਾਂ ਦੀ ਮੈਂ ਕਿਤਾਬ ਕਰ ਰਿਹਾ ਸੀ, ਉਹ ਹਿਮਾਚਲ ਤੋਂ ਨੇ ਉਹ ਜੀ। ਤਾਂ ਉਹਨਾਂ ਦੀ ਜਿਹੜੀ ਕਵਿਤਾ ਦੇ ਵਿੱਚ ਇੱਕ ਬਾਰ-ਬਾਰ ਸ਼ਬਦ ਆਉਂਦਾ ਸੀ ਡੰਗਾ। ਤਾਂ ਉਹ ਮੈਂ ਡੰਗਾ ਮਤਲਬ ਕਿਉਂਕਿ ਪੰਜਾਬੀ ਦੇ ਵਿੱਚ ਮੈਨੂੰ ਲੱਗਿਆ ਵੀ ਡੰਗਾ ਕੀ ਹੋ ਸਕਦਾ, ਡੰਗਾ ਜਾਣੀ, ਹੈ ਨਾ ਜੀ। ਤਾਂ ਉਹ ਫਿਰ ਅਸਲ 'ਚ ਮੈਂ ਜਦੋਂ ਗਿਆ ਬਾਹਰ, ਤੇ ਮਤਲਬ ਜਾਂ ਹਿਮਾਚਲ ਜਦੋਂ ਪਹਾੜਾਂ ਦੇ ਵਿੱਚ, ਉਹਨਾਂ ਨੇ ਮੈਨੂੰ ਦੱਸਿਆ ਕਿ ਡੰਗਾ ਜਦੋਂ ਨਾ ਤੁਸੀਂ ਪਹਾੜ ਨੂੰ ਆਪਾਂ ਜਦੋਂ ਤੁਸੀਂ ਦੇਖਿਆ ਹੋ ਕਿ ਆਪਾਂ ਸੜਕ 'ਤੇ ਜਾਂਦੇ ਆ ਤਾਂ ਜਿਹੜੇ ਪਹਾੜ ਦੇ ਨਾਲ ਪੱਥਰ ਲੱਗੇ ਹੁੰਦੇ ਆ, ਮਤਲਬ ਉਸ ਨੂੰ ਡੰਗਾ ਕਹਿੰਦੇ ਆ ਉਹ। ਮਤਲਬ ਪਹਾੜ ਨੂੰ ਡਿੱਗਣ ਤੋਂ ਰੋਕਣ ਲਈ ਜਾਂ ਬਚਾਉਣ ਲਈ ਜਿਹੜਾ ਪੱਥਰ ਲਾਇਆ ਜਾਂਦਾ ਉਹਨੂੰ ਡੰਗਾ ਕਹਿੰਦੇ ਆ। ਸੋ ਇਸ ਤਰ੍ਹਾਂ ਜਾਣੀ ਤੁਸੀਂ ਜਦੋਂ ਅਨੁਵਾਦ ਕਰਦੇ ਤਾਂ ਤੁਸੀਂ ਆਪਣੇ ਆਪ ਨੂੰ ਵੀ ਰਿਚ ਕਰਦੇ ਹੋ, ਤੁਸੀਂ ਆਪਣੇ ਆਪ ਨੂੰ, ਤੁਹਾਨੂੰ ਬੜੀਆਂ ਗੱਲਾਂ ਜੋ ਤੁਸੀਂ ਉਹਦੀ ਸਰਚ ਵਿੱਚ ਪੈਂਦੇ ਹੋ ਜਾ ਕੇ ਤਾਂ ਤੁਹਾਨੂੰ ਬੜੀਆਂ ਗੱਲਾਂ ਪਤਾ ਲੱਗਦੀਆਂ। ਤਾਂ ਫਿਰ ਮੈਂ ਮਤਲਬ ਇਸ ਤਰ੍ਹਾਂ ਜਿਹੜੇ ਇਹ ਹੁੰਦਾ ਇਹ ਇੱਕ ਜਿਹੜੀ ਸਾਡੇ ਕੋਲ, ਕਿਉਂਕਿ ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਸਾਡੇ ਕੋਲ ਮੈਟਾਫਰ ਨਹੀਂ ਹੁੰਦੇ ਸਾਡੇ ਸੱਭਿਆਚਾਰ 'ਚ ਜਿਸ ਤਰ੍ਹਾਂ ਦੇ ਦੂਜੀ ਭਾਸ਼ਾ 'ਚ ਹੁੰਦੇ ਆ, ਫਿਰ ਤੁਸੀਂ ਉਹਨਾਂ ਨੂੰ ਸਮਝ ਕੇ ਤੁਸੀਂ ਉਹਨਾਂ ਨੂੰ ਕਿੰਨਾ ਨੇੜੇ ਤੋਂ ਨੇੜੇ ਤੁਸੀਂ ਉਹਨਾਂ ਨੂੰ ਆਪਣੇ ਸ਼ਬਦਾਂ 'ਚ ਢਾਲ ਸਕਦੇ ਹੋ, ਜਾਂ ਕਿੰਨਾ ਆਪਣੇ ਨੇੜੇ ਤੋਂ ਨੇੜੇ ਉਹਨਾਂ ਨੂੰ ਲੈ ਕੇ ਆ ਸਕਦੇ ਹੋ, ਜਾਂ ਤੁਸੀਂ ਉਹਨਾਂ ਬਿੰਬਾਂ ਦੇ ਕਿੰਨਾ ਕੁ ਨੇੜੇ ਜਾ ਸਕਦੇ ਹੋ, ਹੈ ਨਾ। ਤਾਂ ਉਹ ਇਸ ਤਰ੍ਹਾਂ ਦੇ ਜਿਹੜੇ ਇਸ ਤਰ੍ਹਾਂ ਦੀਆਂ ਅੜਚਨਾਂ ਜਿਹੜੀਆਂ ਆਉਂਦੀਆਂ, ਪਰ ਜਿਹੜਾ ਭਾਵ ਅਨੁਵਾਦ ਜਿਹੜਾ ਉਹ ਉਸ ਨੂੰ ਸਭ ਤੋਂ ਵੱਧ ਜਿਹੜਾ ਸਫਲ ਮੰਨਿਆ ਗਿਆ ਵਾ। ਭਾਵ ਅਨੁਵਾਦ ਜਿਹੜਾ ਕਿਸੇ ਚੀਜ਼ ਨੂੰ ਉਹਦੇ ਭਾਵ ਸਮਝ ਕੇ, ਤੁਸੀਂ ਸ਼ਬਦਾਂ ਦੇ ਵਿੱਚ ਬਹੁਤਾ ਨਾ ਪਾਓ, ਮਤਲਬ ਜਿਹੜਾ ਉਹਦੀ ਕਵਿਤਾ ਦਾ ਭਾਵ, ਤੁਸੀਂ ਉਹਦੇ ਭਾਵ ਨੂੰ ਆਪਣੀ ਲੈਂਗੁਏਜ ਵਿੱਚ, ਆਪਣੀ ਭਾਸ਼ਾ ਦੇ ਵਿੱਚ ਆਪਣੀ ਉਹ 'ਚ ਪੇਸ਼ ਕਰਨਾ, ਜਿਹੜਾ ਉਸ ਤਰ੍ਹਾਂ ਦਾ ਅਨੁਵਾਦ ਮੈਨੂੰ ਲੱਗਦਾ ਕਿ ਸਹੀ ਅਨੁਵਾਦ ਹੁੰਦਾ। ਜੀ ਜੀ, ਆਪਾਂ ਫਿਰ ਤੋਂ ਕਿਤਾਬ ਤੇ ਆਉਂਦੇ ਆ। ਹਾਂਜੀ। ਇਹ ਕਿਤਾਬ ਬਾਰੇ ਤੁਸੀਂ ਦੱਸਿਆ ਕਿ 21 ਕਵੀਆਂ ਨੂੰ ਤੁਸੀਂ ਲਿਆ, ਹੋਰ 21 ਕਵੀਆਂ ਨੂੰ ਚੁਣਦੇ ਵਕਤ ਤੇ ਕੀ ਮਾਪਦੰਡ ਸੀ, ਕੀ ਆਧਾਰ ਨੂੰ, ਕਿਸ ਆਧਾਰ ਨੂੰ ਤੁਸੀਂ ਚੁਣਿਆ? ਇਹ 'ਚ ਮੈਂ ਨਾ ਜੀ ਗੁਰਦੇਵ ਜੀ 21 ਕਵੀ ਜਿਹੜੇ ਚੁਣੇ ਆ, ਤਾਂ ਮਤਲਬ ਉਹ ਹਿੰਦੀ ਦੇ, ਮਤਲਬ ਮੈਂ ਇਹਦੇ ਵਿੱਚ ਤਕਰੀਬਨ ਜਿਹੜੀਆਂ 3 ਪੀੜ੍ਹੀਆਂ ਕਵਰ ਕੀਤੀਆਂ। ਮਤਲਬ ਜੀ ਜਿਹੜੀ ਪਹਿਲੀ ਪੀੜ੍ਹੀ ਸੀ ਉਹ 'ਚ ਬਹੁਤ ਵੱਡੇ ਕਵੀ ਸੀ, ਸਰਵੇਸ਼ਵਰ ਦਿਆਲ ਸਕਸੈਨਾ ਹੋਣੀ, ਫਿਰ ਸੀ ਉਹ 'ਚ ਦੂਜੇ ਮਤਲਬ ਕੁੰਵਰ ਨਾਰਾਇਣ ਹੋਣੀ, ਨਰੇਸ਼ ਸਕਸੈਨਾ ਹੋਣੀ, ਕੇਦਾਰਨਾਥ ਸਿੰਘ ਹੋਣੀ। ਤਾਂ ਇੱਕ ਤਾਂ ਇਹ ਪੀੜ੍ਹੀ ਸੀ ਜਿਹੜੀ ਮਤਲਬ ਉੱਪਰ ਬਣਦੀ, ਸ਼ੋਕ ਵਾਜਪਾਈ ਦੀ ਬਣਦੀ ਆ ਜੀ। ਤਾਂ ਫਿਰ ਉਸ ਤੋਂ ਬਾਅਦ ਦੂਜੀ ਪੀੜ੍ਹੀ ਬਣਦੀ ਸੀ ਅਨਾਮਿਕਾ ਦੀ, ਕਾਤਿਆਇਨੀ, ਠੀਕ ਹੈ, ਮਤਲਬ ਜਿਹੜੇ ਹੋਰ ਕਵੀ ਸੀ ਇਸ ਤਰ੍ਹਾਂ ਮਦਨ ਕਸ਼ਯਪ ਦੀ ਬਣਦੀ, ਮਤਲਬ ਇਹ ਇੱਕ ਦੂਜੀ ਪੀੜ੍ਹੀ ਬਣਦੀ ਸੀ। ਫਿਰ ਇੱਕ ਤੀਸਰੀ ਪੀੜ੍ਹੀ ਜਿਹੜੇ ਨਵੇਂ ਕਵੀ ਆ, ਜਿਨ੍ਹਾਂ ਦੇ ਵਿੱਚ ਮੈਂ ਸ਼ਹਿਨਸ਼ਾਹ ਆਲਮ ਨੂੰ ਲਿਆ, ਮਨੀ ਮੋਹਨ ਨੂੰ ਲਿਆ, ਆਤਮਾ ਰੰਜਨ ਨੂੰ ਲਿਆ, ਨੀਰਜ ਮਿਸ਼ਰ ਨੂੰ ਜਿਹੜਾ ਲਿਆ। ਤਾਂ ਜਿਹੜੇ ਇਹ ਮਤਲਬ ਜਿਹੜੀ 3 ਪੀੜ੍ਹੀਆਂ ਮੈਂ ਕੋਸ਼ਿਸ਼ ਕੀਤੀ ਕਿ ਜਿਹੜੇ ਇੱਕ ਪੰਜਾਬੀ ਕਵਿਤਾ ਜਿਹੜੀ ਹਿੰਦੀ ਕਵਿਤਾ ਦੇ ਵਿੱਚ ਜਿਹੜੇ ਆ 3 ਪੀੜ੍ਹੀਆਂ ਇਸ ਵੇਲੇ ਇਕੱਠੀਆਂ ਲਗਾਤਾਰ ਲਿਖ ਰਹੀਆਂ। ਤਾਂ ਮੇਰੇ ਮਨ 'ਚ ਸੀ ਕਿ ਇਹਨਾਂ 3 ਪੀੜ੍ਹੀਆਂ ਦੇ ਇੱਕ ਉਹਨਾਂ ਨੂੰ ਇੱਕ ਸਮੁੱਚਾ ਉਹਨਾਂ ਦਾ ਦ੍ਰਿਸ਼ ਆ, ਜਿਹੜਾ ਇੱਕ ਸਮੁੱਚਾ ਬਿੰਬ ਆ, ਜਿਹੜਾ ਉਹ ਇਸ ਕਿਤਾਬ ਦੇ ਵਿੱਚੋਂ ਪੇਸ਼ ਹੋ ਸਕੇ। ਜੀ ਜੀ। ਅੱਛਾ, ਲੰਬੇ ਸਮੇਂ ਤੋਂ ਤੁਸੀਂ ਅਨੁਵਾਦ ਕਰ ਰਹੇ ਹੋ, ਇਹ ਮਤਲਬ ਅਨੁਵਾਦ ਕਰਨ ਦਾ ਜਿਹੜਾ ਪਹਿਲਾ ਖਿਆਲ ਆ ਤੁਹਾਨੂੰ ਕਦੋਂ ਆਇਆ, ਜਾਂ ਕਿਉਂ ਆਇਆ, ਤੇ ਕਿੰਨਾ ਅਰਸਾ ਹੋ ਗਿਆ ਲਗਭਗ? ਨਹੀਂ, ਅਨੁਵਾਦ ਕਰਨ ਦਾ ਮੈਂ ਮਤਲਬ ਮੈਂ ਪਹਿਲਾਂ ਵੀ 1-2 ਵਾਰੀ ਕਈ ਵਾਰ ਗੱਲ ਦੱਸੀ ਕਿ ਮੈਂ ਅਨੁਵਾਦ ਕਰਨਾ ਬਹੁਤ ਅਰਲੀ ਏਜ ਤੋਂ ਸ਼ੁਰੂ ਕਰਤਾ ਸੀ। ਜਦੋਂ ਹਰਭਜਨ ਹਲਵਾਰ ਵੀ ਹੋਣੀ, ਉਦੋਂ ਐਡੀਟਰ ਹੁੰਦੇ ਸੀਗੇ ਪੰਜਾਬੀ ਟ੍ਰਿਬਿਊਨ ਦੇ, ਤਾਂ ਉਹ ਇੱਕ ਉਦੋਂ ਜਿਹੜਾ ਸੀ ਉਹਨਾਂ ਦਾ ਇੱਕ ਅੰਕ ਛਾਪ ਦਿੰਦੇ ਸੈਚਰਡੇ ਨੂੰ, ਸ਼ਨੀਵਾਰ ਨੂੰ ਨਾ, ਕਥਾ ਕਹਾਣੀ ਵਿਸ਼ੇਸ਼ ਅੰਕ ਉਹਨਾਂ ਦਾ ਹੁੰਦਾ ਸੀਗਾ ਪੰਜਾਬੀ ਟ੍ਰਿਬਿਊਨ ਦਾ ਜੀ। ਤੇ ਹਲਵਾਰ ਵੀ ਹੋਣਾ ਨਾਲ ਮੇਰਾ ਬਹੁਤ ਜਾਣੀ ਮਤਲਬ ਸਨੇਹ ਸੀ, ਮੈਨੂੰ ਬੜਾ ਪਿਆਰ ਕਰਦੇ ਸੀ ਉਹ। ਤੇ ਮੈਂ ਉਹਨਾਂ ਨੇ ਮੈਨੂੰ ਕਿਹਾ ਵੀ ਅਮਰਜੀਤ ਤੂੰ ਨਾ ਮਤਲਬ ਸਾਡੇ ਇਹ ਟ੍ਰਿਬਿਊਨ ਵਾਸਤੇ ਕੁਛ ਅਨੁਵਾਦ ਕਰਿਆ ਕਰ। ਅੱਛਾ ਜੀ। ਤਾਂ ਉਹਨਾਂ ਦਿਨਾਂ 'ਚ ਮੈਂ ਹਿੰਦੀ ਦੇ ਅਕਸਰ ਮਤਲਬ ਵਧੀਆ ਲੇਖਕਾਂ ਨੂੰ ਪੜ੍ਹਦਾ ਰਹਿੰਦਾ ਸੀ, ਦੂਜੀਆਂ ਭਾਸ਼ਾਵਾਂ ਦੇ ਲੇਖਕਾਂ ਨੂੰ। ਇੱਕ ਉਹਨਾਂ ਦਿਨਾਂ 'ਚ ਮੈਗਜ਼ੀਨ ਆਉਂਦਾ ਸੀ ਸਾਰਕਾ, ਤਾਂ ਉਹ ਸਾਰਕਾ ਮੈਗਜ਼ੀਨ ਦੇ ਵਿੱਚ ਜਿਹੜਾ ਸੀਗਾ, ਤਾਂ ਤੁਸੀਂ ਉਸ ਮੈਗਜ਼ੀਨ ਦੇ ਵਿੱਚ ਜਿਹੜੇ ਹੈ ਹਿੰਦੀ ਦੇ ਵਿੱਚ ਦੂਜੀਆਂ ਭਾਸ਼ਾਵਾਂ ਦੇ ਜਿਹੜੇ ਲੇਖ ਸੀ ਅਨੁਵਾਦ ਹੋ ਕੇ ਛਪਦੇ ਹੁੰਦੇ ਸੀ। ਤਾਂ ਫਿਰ ਮੈਂ ਮਤਲਬ ਸਭ ਤੋਂ ਪਹਿਲਾਂ ਮੈਂ ਉਦੋਂ ਉਹਨਾਂ ਦਿਨਾਂ ਦੇ ਵਿੱਚ ਉਦੋਂ ਅਨੁਵਾਦ ਕਰਨਾ ਸ਼ੁਰੂ ਕੀਤਾ ਪੰਜਾਬੀ ਟ੍ਰਿਬਿਊਨ ਵਾਸਤੇ।
ਤਾਂ ਟ੍ਰਿਬਿਊਨ 'ਚ ਫਿਰ ਮੇਰੀਆਂ ਉਦੋਂ ਮੈਂ ਕਥਾ ਕਹਾਣੀ ਵਿਸ਼ੇਸ਼ ਅੰਕ 'ਚ ਮੇਰੀਆਂ ਬਹੁਤ ਸਾਰੀਆਂ ਕਹਾਣੀਆਂ ਜਿਹੜੀਆਂ ਸੀਗੀਆਂ ਮੈਂ ਹਿੰਦੀ ਤੋਂ ਪੰਜਾਬੀ 'ਚ ਅਨੁਵਾਦ ਕਰਕੇ ਕਰਨੀਆਂ ਸ਼ੁਰੂ ਕੀਤੀਆਂ। ਬਾਅਦ ਦੇ ਵਿੱਚ ਫਿਰ ਅੰਮ੍ਰਿਤਾ ਹੋਣਾ ਨਾਲ ਰਾਬਤਾ ਬਣਿਆ ਤਾਂ ਅੰਮ੍ਰਿਤਾ ਹੋਣਾ ਨੇ ਮੈਨੂੰ ਸਾਹਿਤ ਅਕੈਡਮੀ ਦਿੱਲੀ ਦੇ ਵਿੱਚੋਂ ਸਭ ਤੋਂ ਪਹਿਲੀ ਕਿਤਾਬ ਜਿਹੜੀ ਸੀਗੀ ਡਾਕਟਰ ਕੇਦਾਰਨਾਥ ਸਿੰਘ ਹੋਣਾ ਦੀ ਔੜ ਅਕਾਲ ਮੇ ਸਾਰਸ ਉਹ ਅਨੁਵਾਦ ਕਰਨ ਲਈ ਦਿੱਤੀ। ਉਹਦਾ ਮੈਂ ਸਭ ਤੋਂ ਪਹਿਲੀ ਕਿਤਾਬ ਜਿਹੜੀ ਸੀ ਮੈਂ ਉਹਦਾ ਅਨੁਵਾਦ ਕੀਤਾ ਔੜ ਵਿੱਚ ਸਾਰਸ ਦੇ ਨਾਂ 'ਤੇ। ਅਤੇ ਬਸ ਫਿਰ ਉਸ ਤੋਂ ਬਾਅਦ ਇੱਕ ਲੰਬਾ ਸਿਲਸਿਲਾ ਤੁਰ ਪਿਆ, ਜਾਣੀ ਉਸ ਤੋਂ ਬਾਅਦ ਲਗਾਤਾਰ ਕੰਮ ਚੱਲਦਾ ਗਿਆ। ਅਤੇ 1990 ਦੀ ਗੱਲ ਆ ਮੇਰਾ ਖਿਆਲ ਵੀ ਹੁਣ ਤਕਰੀਬਨ 25-30 ਸਾਲ ਹੋ ਗਏ ਇਸ ਕੰਮ ਨੂੰ। ਬਿਲਕੁਲ ਜੀ, ਬੜਾ ਲੰਬਾ ਅਰਸਾ ਹੋ ਗਿਆ। ਹਾਂਜੀ ਹਾਂਜੀ। ਅੱਛਾ, ਮੌਲਿਕ ਲਿਖਣ ਨਾਲੋਂ ਅਨੁਵਾਦ ਕਰਨਾ ਕਿੰਨਾ ਮਤਲਬ ਔਖਾ ਆ? ਕਿੰਨਾ ਨਹੀਂ, ਮੌਲਿਕ ਲਿਖਣ ਨਾਲ ਅਨੁਵਾਦ ਬਹੁਤ ਔਖਾ। ਅਨੁਵਾਦ ਮੌਲਿਕ ਲਿਖਣ ਦੇ ਨਾਲ ਜੇ ਆਪਾਂ ਇਹ 'ਚ ਕੰਪੈਰੀਜ਼ਨ ਕਰੀਏ ਇਸ ਗੱਲ ਵਿੱਚ ਕਿ ਮੌਲਿਕ ਲਿਖਣ ਦੇ ਵਿੱਚ ਅਤੇ ਅਨੁਵਾਦ ਵਿੱਚ ਹੈ ਨਾ, ਮੌਲਿਕ ਲਿਖਣ ਤਾਂ ਇੱਕ ਬੜਾ ਸਹਿਜ ਜਿਹੀ ਪ੍ਰਕਿਰਿਆ। ਤੁਸੀਂ ਤੁਹਾਡੇ ਕੋਲ ਕਵਿਤਾ ਆਈ, ਤੁਸੀਂ ਆਪਣੀ ਸਹਿਜ ਰੂਪ 'ਚ ਆਈ, ਤੁਹਾਡੇ ਕੋਲ ਸ਼ਬਦ ਵੀ ਆਪਣੇ ਤੁਹਾਡੇ ਕੋਲ ਉਹ ਆਉਂਦੇ ਹੀ ਉਸ ਤਰ੍ਹਾਂ। ਕਵਿਤਾ ਆਪਣੀ ਭਾਸ਼ਾ ਵੀ ਆਪਣੀ ਨਾਲ ਹੀ ਲੈ ਕੇ ਆਉਂਦੇ, ਜਿਹੜੀ ਕਵਿਤਾ ਹੁੰਦੀ ਜਾਂ ਕੋਈ ਵੀ ਜਿਹੜੀ ਮਤਲਬ ਰਚਨਾ ਹੁੰਦੀ ਆਪਣੀ ਵਿਧਾ ਆਪਣੀ ਨਾਲ ਹੀ ਲੈ ਕੇ ਆਉਂਦੀ ਹੈ ਜਾਣੀ। ਤਾਂ ਉਸ ਵਿੱਚ ਕੋਈ ਤੁਹਾਨੂੰ ਬਹੁਤੀ ਵੱਡੀ ਇੱਦਾਂ ਦੀ ਸਮੱਸਿਆ ਨਹੀਂ ਆਉਂਦੀ ਮੌਲਿਕ ਲਿਖਣ ਦੇ ਵਿੱਚ। ਤਾਂ ਉਹ ਇੱਕ ਸਹਿਜ ਰੂਪ 'ਚ ਤੁਹਾਡੇ ਕੋਲ ਆਉਂਦੀ ਹੈ, ਸਹਿਜ ਰੂਪ 'ਚ ਤੁਸੀਂ ਲਿਖ ਦਿੰਦੇ ਹੋ। ਪਰ ਜੋ ਤੁਸੀਂ ਦੂਜੀ ਭਾਸ਼ਾ ਦੇ ਇੱਕ ਅਨੁਵਾਦ ਕਰਨਾ, ਉਸ ਕਵਿਤਾ ਨੂੰ ਅਨੁਵਾਦ ਕਰਨਾ ਜਾਂ ਸਾਹਿਤ ਨੂੰ ਅਨੁਵਾਦ ਕਰਨਾ, ਤਾਂ ਉਹਦੇ ਵਿੱਚ ਤੁਹਾਡੇ ਕੋਲ ਬੜੇ ਚੈਲੰਜਸ ਹੁੰਦੇ ਆ। ਤੁਸੀਂ ਕਈ ਵਾਰੀ ਇੱਕ ਸ਼ਬਦ ਵੀ ਕਈ ਵਾਰੀ ਅਟਕ ਜਾਂਦਾ ਵੀ ਇਹਨੂੰ ਤੁਸੀਂ ਪ੍ਰੋਪਰ ਇਹਦਾ ਮਤਲਬ ਜਿਹੜਾ ਸ਼ਬਦ ਆ ਮਤਲਬ ਇਹਦਾ ਅਨੁਵਾਦ ਕਰੋਗੇ ਹੈ ਨਾ। ਤਾਂ ਇਸ ਤਰ੍ਹਾਂ ਦੇ ਜਿਹੜੀ ਆ ਅਨੁਵਾਦ ਦੇ ਵਿੱਚ ਇੱਦਾਂ ਦੀ ਕਈ ਦਿੱਕਤਾਂ ਆਉਂਦੀਆਂ। ਮਤਲਬ ਮੈਂ ਜਿਵੇਂ ਇੱਕ ਅਕਾਲ ਮੇ ਸਾਰ ਸੀ ਮੈਂ ਪਹਿਲੀ ਕਿਤਾਬ ਕੀਤੀ, ਜਿੱਥੋਂ ਮੈਨੂੰ ਮਤਲਬ ਤੁਸੀਂ ਹੌਲੀ ਹੌਲੀ ਅਨੁਭਵਾਂ 'ਚੋਂ ਲੰਘਦੇ ਜਾਂਦੇ ਹੋ। ਤਾਂ ਅਨੁਭਵਾਂ 'ਚੋਂ ਲੰਘਦੇ ਤੁਹਾਡੇ ਸਾਹਮਣੇ ਕਿਸ ਤਰ੍ਹਾਂ ਤੁਸੀਂ ਸੋਲਵ ਕਰਨੀਆਂ ਚੁਣੌਤੀਆਂ ਉਹਨਾਂ ਨੂੰ ਵੀ ਸਮਝਦੇ ਜਾਂਦੇ ਹੋ ਨਾਲੋਂ ਨਾਲ। ਤਾਂ ਮੈਂ ਜਦੋਂ ਅਕਾਲ ਮੇ ਸਾਰਸ ਅਨੁਵਾਦ ਕੀਤੀ ਤਾਂ ਮੈਂ ਜਦੋਂ ਉਹ ਕਿਤਾਬ ਇੱਕ ਸਾਡੇ ਵੱਡੇ ਕਵੀ ਸੀਗੇ ਉਹਨਾਂ ਕੋਲ ਚਲੀ ਗਈ ਬੈਟਿੰਗ ਵਾਸਤੇ ਤਾਂ ਉਹਨਾਂ ਨੇ ਮੈਨੂੰ ਕਿਹਾ ਵੀ ਇਹਦਾ ਨਾਂ ਇਹ ਅਕਾਲ ਮੇ ਸਾਰਸ, ਮੈਂ ਉਹਦਾ ਨਾਂ ਕੀਤਾ ਕਾਲ ਵਿੱਚ ਸਾਰਸ, ਕਿਉਂਕਿ ਕਾਲ ਸਾਡੇ ਪੰਜਾਬੀ 'ਚ ਵੀ ਸ਼ਬਦ ਅਸੀਂ ਕਹਿੰਦੇ ਨੇ ਕਾਲ ਪੈ ਗਿਆ ਹੈ ਨਾ। ਤਾਂ ਉਹਨਾਂ ਨੇ ਕਿਹਾ ਵੀ ਨਹੀਂ ਇਹ ਗਲਤ ਸ਼ਬਦ ਹੈ, ਤੂੰ ਇਹਦੇ ਵਿੱਚ ਔੜ ਵਿੱਚ ਸਾਰਸ ਕਰ ਦੇ। ਤਾਂ ਕਿਉਂਕਿ ਉਹ ਤੁਸੀਂ ਬੈਟਿੰਗ 'ਚ ਇਹ ਹੁੰਦਾ ਵੀ ਅੰਮ੍ਰਿਤਾ ਹੋਣੀ ਕਹਿੰਦੇ ਵੀ ਤੂੰ ਜਿਵੇਂ ਤੈਨੂੰ ਕਿਉਂਕਿ ਮੇਰੀ ਟਰਮ ਖਤਮ ਹੋ ਰਹੀ ਆ ਅਤੇ ਜਿਵੇਂ ਤੈਨੂੰ ਬੈਟਿੰਗ ਦਾ ਮਤਲਬ ਵੱਡਾ ਕਵੀ ਸਾਡੇ ਤੋਂ ਵੱਡਾ ਮਤਲਬ ਬੰਦਾ ਹੁੰਦਾ ਉਹ, ਤਾਂ ਉਹ ਕਹਿੰਦੇ ਵੀ ਤੂੰ ਉਹਨੂੰ ਜਿਵੇਂ ਤੈਨੂੰ ਸਲਾਹ ਦੇਣਗੇ ਨਾ ਤੇ ਉਵੇਂ ਠੀਕ ਕਰਦੀ। ਮੈਂ ਕਿਹਾ ਠੀਕ ਹੈ ਜੀ। ਚਲੋ ਅਸੀਂ ਉਹ ਜਿਹੜੀ ਔੜ ਵਿੱਚ ਸਾਰਸ ਉਹਦਾ ਨਾਂ ਰੱਖਤਾ। ਪਰ ਹੁਣ ਜਦੋਂ ਬਾਅਦ 'ਚ ਕਿਤਾਬ ਛਪ ਗਈ, ਕਿਤਾਬ ਛਪਣ ਤੋਂ ਬਾਅਦ ਅਸੀਂ ਸੋਚਿਆ ਵੀ ਅਕਾਲ ਸ਼ਬਦ ਜਿਹੜਾ ਔੜ ਉਹਦਾ ਅਨੁਵਾਦ ਨਹੀਂ ਸੀ ਸਹੀ, ਕਿਉਂਕਿ ਕਾਲ ਪੈਣਾ ਹੁੰਦਾ ਵੀ ਤੁਸੀਂ ਮੀਂਹ ਨਾ ਪੈਣਾ ਤੇ ਮਤਲਬ ਫਸਲਾਂ ਦਾ ਜਿਹੜਾ ਮੀਂਹ ਪੈਣ ਤੋਂ ਬਿਨਾਂ ਮਰ ਜਾਣਾ, ਜਾਣੀ ਫਸਲਾਂ ਨਾ ਹੋਣੀਆਂ ਜਾਂ ਹੈ ਨਾ। ਔੜ ਹੁੰਦੀ ਹੈ ਵੀ ਤੁਸੀਂ ਔੜ ਹੁੰਦੀ ਹੈ ਜਿੱਥੇ ਮੀਂਹ ਨਾ ਪੈਣਾ ਤੇ ਜਿਹੜਾ ਫਸਲਾਂ ਦਾ ਔੜ ਉਹਦਾ ਬਿਨਾਂ ਸੁੱਕ ਜਾਣਾ ਜਾਂ ਮਰ ਜਾਣਾ ਹੈ ਨਾ, ਪਾਣੀ ਤੋਂ ਬਿਨਾਂ। ਤੇ ਪਰ ਕਾਲ ਹੁੰਦਾ ਲੋਕਾਂ ਦਾ ਭੁੱਖ ਨਾ ਮਰਨਾ ਹੈ ਨਾ। ਤਾਂ ਮਤਲਬ ਇਹ ਜਿਹੜੀ ਅੱਡ ਮਤਲਬ ਚੀਜ਼ਾਂ ਦੋਵੇਂ ਅੱਡ ਵੀ ਅਸੀਂ ਇਹ ਮੈਂ ਉਹਦਾ ਹਿਸਾਬ ਲੈ ਕੇ ਇਹ ਜਿਹੜਾ ਉਹਦਾ ਪ੍ਰੋਪਰ ਅਨੁਵਾਦ ਨਹੀਂ ਸੀ ਜਿਹੜਾ ਕਾਲ ਦਾ ਜਿਹੜੇ ਸੀ ਔੜ ਮਤਲਬ ਦੋਵੇਂ ਅੱਖਰਾਂ ਦਾ ਦੋਨਾਂ ਸ਼ਬਦਾਂ ਦੇ ਵਿੱਚ ਵੀ ਦੋਵਾਂ ਦਾ ਕਲਚਰ ਜਿਹੜਾ ਡਿਫਰੈਂਟ ਸੀਗਾ ਜਾਣੀ। ਤਾਂ ਤੁਸੀਂ ਪਰ ਹੌਲੀ ਹੌਲੀ ਜਿਵੇਂ ਤੁਸੀਂ ਫਿਰ ਅਨੁਵਾਦ ਕਰਦੇ ਜਾਂਦੇ ਹੋ ਤੁਸੀਂ ਇਸ ਤਰ੍ਹਾਂ ਦੀ ਤੁਸੀਂ ਚੁਣੌਤੀਆਂ ਜਿਹੜੀਆਂ ਤੁਹਾਨੂੰ ਜੂਝਣਾ ਸਿੱਖ ਜਾਂਦੇ, ਤੁਹਾਨੂੰ ਉਹਨਾਂ ਨੂੰ ਸੋਲਵ ਕਰਨਾ ਵੀ ਆ ਜਾਂਦਾ ਹੌਲੀ ਹੌਲੀ। ਜੀ। ਅੱਛਾ, ਆਪਾਂ ਅਨੁਵਾਦ ਦੇ ਮਹੱਤਵ ਨੂੰ ਵੀ ਜਾਣਨਾ ਚਾਹਾਂਗੇ। ਇੱਕ ਤਾਂ ਜਿਵੇਂ ਤੁਸੀਂ ਦੱਸਿਆ ਵੀ ਇੱਕ ਭਾਸ਼ਾ ਤੋਂ ਹੈ ਨਾ ਜਾਂ ਇੱਕ ਖਿੱਤੇ ਦੇ ਲੋਕਾਂ ਦਾ ਜਿਹੜੀ ਗੱਲ ਆ ਉਹ ਦੂਜੇ ਏਰੀਏ ਦੇ ਵਿੱਚ ਜਾਂ ਦੂਜੀ ਭਾਸ਼ਾ 'ਚ ਪਹੁੰਚ ਜਾਂਦੀ। ਹੋਰ ਕੀ ਮਹੱਤਵ ਤੁਹਾਨੂੰ ਲੱਗਦਾ ਵੀ ਅਨੁਵਾਦ ਦਾ? ਨਹੀਂ, ਸਭ ਤੋਂ ਵੱਡਾ ਤਾਂ ਇਹੀ ਹੈ ਕਿ ਜਿਹੜਾ ਅਨੁਵਾਦ ਦੇ ਹੁਣ ਤੱਕ ਜਿਹੜਾ ਅਨੁਵਾਦ ਇਸੇ ਪਰਪਸ ਨਾਲ ਹੀ ਸ਼ੁਰੂ ਕੀਤਾ ਗਿਆ ਸੀ ਕਿ ਜਦੋਂ ਤੁਸੀਂ ਜਿਹੜਾ ਇੱਕ ਸੱਭਿਆਚਾਰ ਤੁਸੀਂ ਮਤਲਬ ਜਿਹੜੀਆਂ ਤੁਹਾਨੂੰ ਇੱਕ ਜਿਵੇਂ ਤੁਸੀਂ ਮੈਂ ਸਮਝਦਾ ਕਿ ਤੁਸੀਂ ਆਪਣੀ ਭਾਸ਼ਾ 'ਚ ਹੁੰਦੇ ਹੋ ਤਾਂ ਤੁਸੀਂ ਇਸ ਤਰ੍ਹਾਂ ਲੱਗਦਾ ਵੀ ਤੁਹਾਨੂੰ ਇੱਕ ਲਿਮਟਿਡ ਜਾਂ ਸਰਕਲ 'ਚ ਤੁਸੀਂ ਵਿਚਰੇ ਹੁੰਦੇ ਹੋ। ਪਰ ਜਦੋਂ ਤੁਸੀਂ ਦੂਜਿਆਂ ਮਤਲਬ ਭਾਸ਼ਾਵਾਂ ਦਾ ਅਨੁਵਾਦ ਪੜ੍ਹਦੇ ਹੋ ਤਾਂ ਦੂਜੀਆਂ ਭਾਸ਼ਾਵਾਂ ਦੇ ਅਨੁਵਾਦ ਦੇ ਵਿੱਚੋਂ ਤੁਸੀਂ ਦੂਜਿਆਂ ਸੱਭਿਆਚਾਰਾਂ ਨਾਲ, ਦੂਜੀਆਂ ਸੰਸਕ੍ਰਿਤੀਆਂ, ਦੂਸਰੀ ਜਿਹੜੇ ਮਤਲਬ ਦੂਜੇ ਸੱਭਿਆਚਾਰ ਦੇ ਲੋਕ ਆ ਜਿਹੜੇ ਉਹ ਕਿਸ ਤਰ੍ਹਾਂ ਸੋਚਦੇ ਆ, ਉਹਨਾਂ ਦੇ ਟਰਡੀਸ਼ਨਸ ਕੀ ਨੇ, ਉਹਨਾਂ ਦੇ ਮਤਲਬ ਜਿਹੜੇ ਕਾਰ ਵਿਹਾਰ ਕਿੱਦਾਂ ਦੇ, ਉਹਨਾਂ ਨੇ ਰਿਸ਼ਤੇ ਕਿੱਦਾਂ ਦੇ ਨੇ, ਉਹਨਾਂ ਦੇ ਮਤਲਬ ਹੈ ਨਾ, ਉਹ ਸਾਰੇ ਤੁਸੀਂ ਇੱਕ ਦੂਜੇ ਮਤਲਬ ਇੱਕ ਨਵੇਂ ਕਲਚਰ 'ਚ ਹੀ ਤੁਸੀਂ ਪਹੁੰਚ ਜਾਂਦੇ ਹੋ ਜਾਣੀ ਹੈ ਨਾ। ਤਾਂ ਜਿਹੜਾ ਸਭ ਤੋਂ ਵੱਡਾ ਅਨੁਵਾਦ ਦਾ ਮਹੱਤਵ ਤਾਂ ਇਹੀ ਆ। ਅਤੇ ਇਹ ਤੋਂ ਬਿਨਾਂ ਮੈਂ ਸਮਝਦਾ ਕਿ ਜਿਹੜੇ ਜੋ ਤੁਸੀਂ ਅਨੁਵਾਦ ਹੁੰਦੇ ਇੱਕ ਦੂਜੇ ਨਾਲ ਤੁਹਾਡਾ ਰਾਬਤਾ ਬਣਦਾ, ਤੁਸੀਂ ਅਨੁਵਾਦ ਦੇ ਥਰੂ ਹੀ ਤੁਸੀਂ ਮਤਲਬ ਮੰਨ ਲਓ ਲੋਕਾਂ 'ਚ ਜਿਵੇਂ ਮੰਨ ਲਓ ਵੀ ਪੰਜਾਬ ਦੇ ਅਸੀਂ ਲੋਕ ਆ ਤਾਂ ਜਦੋਂ ਸਾਡਾ ਪੰਜਾਬੀ ਲਿਟਰੇਚਰ ਦੂਜੀਆਂ ਭਾਸ਼ਾਵਾਂ 'ਚ ਜਾਂਦਾ, ਮੰਨ ਲਓ ਬੰਗਾਲ 'ਚ ਚਲਾ ਗਿਆ ਤਾਂ ਜਿਹੜੇ ਬੰਗਾਲੀ ਲੋਕ ਨੇ ਉਹਨਾਂ ਨੂੰ ਸਾਡੇ ਬਾਰੇ ਥੋੜ੍ਹੀ ਬਹੁਤ ਪਤਾ ਲੱਗਦਾ ਵੀ ਇਹ ਪੰਜਾਬੀ ਲੋਕ ਇੱਦਾਂ ਦੇ ਨੇ, ਇਹਨਾਂ ਦਾ ਖਾਣਾ ਪੀਣਾ ਇੱਦਾਂ ਦਾ, ਇਹਨਾਂ ਦਾ ਸੱਭਿਆਚਾਰ ਇੱਦਾਂ ਦਾ, ਇਹਨਾਂ ਦੇ ਰਸਮ ਰਿਵਾਜ ਇੱਦਾਂ ਦੇ ਨੇ। ਤਾਂ ਉਹ ਲੋਕ ਇੱਕ ਦੂਜੇ ਨੂੰ ਅਟਰੈਕਟ ਹੋਣ ਦੇ ਵਿੱਚ, ਇੱਕ ਦੂਜੇ ਦੇ ਨੇੜੇ ਆਉਣ ਦੇ ਵਿੱਚ ਜਿਹੜਾ ਅਨੁਵਾਦ ਆ ਜਿਹੜਾ ਉਹ ਮਤਲਬ ਬੜੀ ਮਦਦ ਕਰਦਾ। ਮਤਲਬ ਦੋ ਸੱਭਿਆਚਾਰਾਂ ਦੇ ਵਿੱਚ ਇੱਕ ਪੁਲ ਦਾ ਕੰਮ ਕਰਦਾ ਬਹੁਤ ਵੱਡਾ। ਜੀ। ਅੱਛਾ, ਆਪਾਂ ਫਿਰ ਕਿਤਾਬ ਵੱਲ ਪਰਤਦੇ ਹਾਂ ਨਾ। ਹਾਂਜੀ। ਇਹ ਕਿਤਾਬ ਜਿਵੇਂ ਮੈਂ ਸ਼ੁਰੂ ਦੇ ਵਿੱਚ ਕਿਹਾ ਵੀ ਬੜੀ ਚਰਚਾ ਦਾ ਵਿਸ਼ਾ ਰਹੀ ਆ, ਤੇ ਕਿਵੇਂ ਦਾ ਮਹਿਸੂਸ ਹੁੰਦਾ ਜਦੋਂ ਤੁਹਾਡੀ ਮਿਹਨਤ ਨੂੰ ਲੋਕੀ ਪ੍ਰਸ਼ੰਸਾ ਕਰਦੇ ਨੇ? ਚੰਗਾ ਲੱਗਦਾ, ਚੰਗਾ ਨਹੀਂ ਉਹਦਾ ਕਿਸੇ ਨੂੰ ਵੀ ਚੰਗਾ। ਇਸ ਤੋਂ ਇਲਾਵਾ ਹੁਣ ਨਵਾਂ ਕੀ ਕਰ ਰਹੇ? ਮਤਲਬ ਨਵਾਂ ਨਹੀਂ, ਮਤਲਬ ਨਵਾਂ ਬਸ ਅਜੇ ਤਾਂ ਮਤਲਬ ਹੁਣ ਮੈਂ ਇਸੇ ਨੂੰ ਹਜੇ ਇੰਜੋਏ ਕਰ ਰਿਹਾ। ਪਿੱਛੇ ਮੈਂ
ਇੱਕ ਬਹੁਤ ਸਾਡੇ ਵੱਡੇ ਕਵੀ ਹੈਗੇ ਰਾਜੇਸ਼ ਜੋਸ਼ੀ ਹੋਣੀ, ਤੇ ਉਹਨਾਂ ਦੀ ਕਿਤਾਬ ਸੀ ਦੋ ਪੰਕਤੀਆਂ ਕੇ ਬੀਚ ਜੀ, ਤਾਂ ਉਹ ਸਾਹਿਤ ਅਕਾਡਮੀ ਅਵਾਰਡ ਵਿਨਰ ਜਿਹੜੀ ਆ ਬੁੱਕ ਸੀਗੀ, ਤਾਂ ਉਸ ਦਾ ਮੈਂ ਅਨੁਵਾਦ ਕੀਤਾ ਦੋ ਸਤਰਾਂ ਵਿਚਕਾਰ। ਉਹ ਪਿੱਛੇ ਛਪ ਕੇ ਆਈ ਆ ਸਾਹਿਤ ਅਕਾਡਮੀ ਵੱਲੋਂ। ਤੇ ਉਸ ਤੋਂ ਬਾਅਦ ਇਹ ਕੰਮ ਕੀਤਾ। ਇਹ ਕੰਮ ਤੇ ਮੈਂ ਬੜੀ ਮਿਹਨਤ ਕੀਤੀ, ਮਤਲਬ ਲਗਾਤਾਰ ਮੈਨੂੰ 6-7 ਮਹੀਨੇ ਕੰਮ ਕਰਨਾ ਪਿਆ। ਤਾਂ ਹਜੇ ਤਾਂ ਮੈਂ ਇਸੇ ਨੂੰ ਇੰਜੋਏ ਕਰ ਰਿਹਾ ਤੇ ਬੜਾ ਚੰਗਾ ਲੱਗ ਰਿਹਾ ਵਾ, ਹਨਾ। ਜੀ ਜੀ ਬਿਲਕੁਲ। ਅੱਛਾ, ਤੁਸੀਂ ਕਿਹਾ ਵੀ ਤੁਸੀਂ ਕਹਾਣੀਆਂ ਵੀ, ਨਾਵਲ ਵੀ, ਹਨਾ, ਅਨੁਵਾਦ ਕੀਤੀ। ਉਹਦੇ ਨਾਲੋਂ ਮੈਨੂੰ ਲੱਗਦਾ ਵੀ ਕਵਿਤਾ ਜ਼ਿਆਦਾ ਔਖਾ, ਹਨਾ, ਥੋੜੇ ਸ਼ਬਦਾਂ ਦੇ ਵਿੱਚ ਜਿਹੜੀ ਨੈਚੁਰਲ ਜਿਹੜਾ ਤੁਸੀਂ ਨਾ ਮਤਲਬ ਕਵਿਤਾ 'ਚ ਤੁਸੀਂ, ਕਿਉਂਕਿ ਕਵਿਤਾ 'ਚ ਮੂਲ ਭਾਵ ਨੂੰ ਤੁਸੀਂ ਫੜਦੇ ਹੋ ਤੇ ਤੁਹਾਡੇ ਕੋਲ ਭਾਵ ਨੂੰ ਫੜਦੇ ਆ ਵੀ ਤੁਹਾਡੇ ਕੋਲ 'ਚ ਕਈ ਤਰ੍ਹਾਂ ਦੀਆਂ ਤੁਸੀਂ ਉਸ ਲਿਰਿਕ ਨੂੰ ਵੀ ਕਾਇਮ ਰੱਖਣਾ, ਉਸ ਲੈ ਨੂੰ ਵੀ ਕਾਇਮ ਰੱਖਣਾ, ਹੈ ਨਾ। ਉਸ ਜਿਹੜੀ ਉਹਦੀ ਆ ਉਸ ਨਫਾਸਤ ਆ ਜਿਹੜੀ ਕਵਿਤਾ ਦੀ ਭਾਸ਼ਾ, ਇੱਕ ਕਵਿਤਾ ਦੀ ਆ, ਉਸ ਭਾਸ਼ਾ ਨੂੰ ਵੀ ਤੁਸੀਂ ਕਵਿਤਾ ਦੀ ਭਾਸ਼ਾ ਦੇ ਵਿੱਚ ਹੀ ਰਹਿਣ ਦੇਣਾ। ਮਤਲਬ ਉਹ ਇਹਦੇ ਵਿੱਚ ਥੋੜ੍ਹੀਆਂ ਜਿਹੀਆਂ ਬੰਦਿਸ਼ਾਂ ਇਸ ਕਰਕੇ ਜ਼ਿਆਦਾ ਹੁੰਦੀਆਂ, ਤੇ ਵਾਰਤਕ ਵਿੱਚ ਇਸ ਕਰਕੇ ਹੁੰਦੀਆਂ ਕਿ ਵਾਰਤਕ ਵਿੱਚ ਤੁਸੀਂ ਕਿਸੇ ਸ਼ਬਦ ਨੂੰ ਮਤਲਬ ਤੁਸੀਂ ਉਦਾਹਰਨ ਦੇ ਕੇ ਵੀ ਮਤਲਬ ਪਾ ਸਕਦੇ ਹੋ ਵਿੱਚ, ਜਾਂ ਕਿਸੇ ਤੋਂ ਇਸ ਤਰ੍ਹਾਂ ਦਾ ਜਿਹੜਾ ਉਹਦੀ ਐਲੈਬੋਰੇਟ ਕਰ ਸਕਦੇ ਹੋ ਉਸ ਗੱਲ ਨੂੰ, ਹੈ ਨਾ। ਤੇ ਪਰ ਕਵਿਤਾ 'ਚ ਤਾਂ ਇਦਾਂ ਦਾ ਜਿਹੜਾ ਹੁੰਦਾ ਨਹੀਂ, ਇਸੇ ਕਰਕੇ ਕਵਿਤਾ ਜਿਹੜੀ ਆ ਉਹ ਜ਼ਿਆਦਾ ਔਖੀ ਹੈ। ਜੀ ਜੀ। ਹੁਣ ਕਵਿਤਾ ਸ਼ਬਦ ਦਾ ਜ਼ਿਕਰ ਹੋ ਰਿਹਾ, ਆਪਾਂ ਅਨੁਵਾਦ ਤੋਂ ਹੌਲੀ ਹੌਲੀ ਕਵਿਤਾ ਵਾਲੇ ਪਾਸੇ ਵੀ ਜਾਂਦੇ ਹਾਂ। ਇਹ ਤੁਹਾਡੇ ਕੋਲ ਇੱਕ ਅਸੀਂ ਸਭ ਤੋਂ ਪਹਿਲਾਂ ਕਵਿਤਾ ਸੁਣਾਂਗੇ, ਕੋਈ ਰੰਗ, ਜਿਹੜਾ ਤੁਸੀਂ ਸਾਨੂੰ ਕਵਿਤਾ ਦਾ ਜ਼ਰੂਰ ਸੁਣਾਓ। ਇਹ ਇੱਕ ਮੇਰੀ ਕਵਿਤਾ ਹੈ, ਬੇਕਾਬੂ ਜੰਗਲ। ਜੀ। ਇਹ ਕਵਿਤਾ ਹੈ ਕਿ ਆਦਿ ਕਾਲ ਤੋਂ ਆਧੁਨਿਕ ਯੁੱਗ ਵਿੱਚ ਪਹੁੰਚ ਗਿਆ ਹੈ ਮਾਨਵ ਭਾਵੇਂ। ਜੀ। ਆਦਿ ਕਾਲ ਤੋਂ ਆਧੁਨਿਕ ਯੁੱਗ ਵਿੱਚ ਪਹੁੰਚ ਗਿਆ ਹੈ ਮਾਨਵ ਭਾਵੇਂ, ਪਰ ਇਸ ਦੇ ਅੰਦਰ ਸਦਾ ਇੱਕ ਖੁੰਖਾਰ ਜਾਨਵਰ ਸੁੱਤਾ ਰਹਿੰਦਾ। ਵਾਹ ਜੀ ਵਾਹ, ਬਹੁਤ ਖੂਬ। ਆਦਿ ਕਾਲ ਤੋਂ ਆਧੁਨਿਕ ਯੁੱਗ ਵਿੱਚ ਪਹੁੰਚ ਗਿਆ ਹੈ ਮਾਨਵ ਭਾਵੇਂ, ਪਰ ਇਸ ਦੇ ਅੰਦਰ ਸਦੀਆਂ ਤੋਂ ਹੀ ਸਦਾ ਇੱਕ ਖੁੰਖਾਰ ਜਾਨਵਰ ਸੁੱਤਾ ਰਹਿੰਦਾ। ਮੌਕਾ ਮਿਲਦੇ ਹੀ ਕਿਸੇ ਘਟਨਾ ਦੀ ਨਿੱਕੀ ਜਿਹੀ ਕੋਈ ਕੰਕਰ ਇਹਨੂੰ ਜਗਾ ਸਕਦੀ ਹੈ, ਐਵੇਂ ਲਾਂਬੂ ਲਾ ਸਕਦੀ ਹੈ। ਵਾਹ ਜੀ ਵਾਹ, ਵਾਹ ਜੀ ਵਾਹ, ਕਮਾਲ। ਕਦੇ ਧਰਮ, ਕਦੇ ਜਾਤ ਦੇ ਨਾਂ 'ਤੇ ਬੋਲੀ, ਕਦੇ ਔਕਾਤ ਦੇ ਨਾਂ 'ਤੇ। ਕਦੇ ਧਰਮ, ਕਦੇ ਜਾਤ ਦੇ ਨਾਂ 'ਤੇ ਬੋਲੀ, ਕਦੇ ਔਕਾਤ ਦੇ ਨਾਂ 'ਤੇ ਅਕਸਰ ਇਹ ਦਹਾੜ ਹੈ ਉੱਠਦਾ। ਸੱਭਿਅਤਾ ਦਾ ਥੋਥਾ ਪਰਦਾ ਨਾਲ ਨੌਂਦਰਾਂ ਪਾੜ ਹੈ ਸੁੱਟਦਾ। ਇੱਕ ਨਹੀਂ ਫਿਰ ਭੀੜ ਦੇ ਰੂਪ 'ਚ, ਇੱਕ ਨਹੀਂ ਫਿਰ ਭੀੜ ਦੇ ਰੂਪ 'ਚ ਅਣਗਿਣਤ ਜਾਨਵਰ ਇਕੱਠੇ ਹੋ ਕੇ ਸੜਕਾਂ ਉੱਤੇ ਫਿਰਦੇ ਨੰਗਾ ਨਾਚ ਨੇ ਨੱਚਦੇ, ਅੱਗਾ ਲਾਉਂਦੇ, ਗਰੀਬਾਂ ਦੀਆਂ ਰੇਹੜੀਆਂ ਉਲਟਾਉਂਦੇ। ਇੱਕ ਨਹੀਂ ਫਿਰ ਭੀੜ ਦੇ ਰੂਪ 'ਚ ਅਣਗਿਣਤ ਜਾਨਵਰ ਇਕੱਠੇ ਹੋ ਕੇ ਸੜਕਾਂ ਉੱਤੇ ਫਿਰਦੇ ਨੰਗਾ ਨਾਚ ਨੇ ਨੱਚਦੇ, ਅੱਗਾ ਲਾਉਂਦੇ, ਗਰੀਬਾਂ ਦੀਆਂ ਰੇਹੜੀਆਂ ਉਲਟਾਉਂਦੇ, ਸੱਭਿਅਤਾ ਦੇ ਕਿੰਗਰੇ ਢਾਉਂਦੇ, ਸ਼ਹਿਰਾਂ ਵਿੱਚ ਦਹਾੜਦੇ ਫਿਰਦੇ, ਮਾਸੂਮਾਂ ਨੂੰ ਮਾਰਦੇ ਫਿਰਦੇ। ਸ਼ਹਿਰਾਂ ਵਿੱਚ ਦਹਾੜ ਦੀਆਂ ਬੇਕਾਬੂ ਭੀੜਾਂ ਤੋਂ ਪਤਾ ਲੱਗਦਾ ਹੈ, ਸ਼ਹਿਰਾਂ ਵਿੱਚ ਦਹਾੜ ਦੀਆਂ ਬੇਕਾਬੂ ਭੀੜਾਂ ਤੋਂ ਪਤਾ ਲੱਗਦਾ ਹੈ ਕਿ ਆਦਿ ਕਾਲ ਤੋਂ ਲੈ ਕੇ ਮਾਨਵ ਭਾਵੇਂ ਜੰਗਲ ਛੱਡ ਆਇਆ ਹੈ, ਕਿ ਆਦਿ ਕਾਲ ਤੋਂ ਲੈ ਕੇ ਮਾਨਵ ਭਾਵੇਂ ਜੰਗਲ ਛੱਡ ਆਇਆ ਹੈ, ਪਰ ਅਜੇ ਤੀਕ ਵੀ ਉਸ ਦੇ ਅੰਦਰ ਜਾਨਵਰ ਇੱਕ ਦਹਾੜ ਰਿਹਾ ਹੈ। ਅਜੇ ਵੀ ਇੱਕ ਬੇਕਾਬੂ ਜੰਗਲ ਉਸ ਦੇ ਵਿੱਚ ਝੰਗਾੜ ਰਿਹਾ ਹੈ। ਆਦਿ ਕਾਲ ਤੋਂ ਲੈ ਕੇ ਮਾਨਵ ਭਾਵੇਂ ਜੰਗਲ ਛੱਡ ਆਇਆ ਹੈ, ਭਾਵੇਂ ਜੰਗਲ ਛੱਡ ਆਇਆ ਹੈ। ਵਾਹ ਜੀ ਵਾਹ, ਬਹੁਤ ਹੀ ਗੰਭੀਰ ਕਵਿਤਾ ਤੁਹਾਡੀ, ਹੈ ਨਾ। ਥੈਂਕ ਯੂ। ਤੇ ਮੈਂ ਜੋ ਮਹਿਸੂਸ ਕਰ ਸਕਿਆ ਤੁਹਾਡੀ ਇਹ ਕਵਿਤਾ ਨੂੰ ਸੁਣ ਕੇ ਵੀ, ਤੁਹਾਡੀ ਭਾਸ਼ਾ ਤੁਸੀਂ ਬੜੀ ਸਰਲ ਯੂਜ਼ ਕਰਦੇ, ਪਰ ਅਰਥ ਬੜੇ ਦੇ ਡੂੰਘੇ ਨੇ, ਹੈ ਨਾ। ਮੈਂ ਇਹਦੇ ਨਾਲ ਹੀ ਇੱਕ ਸਵਾਲ ਕਰ ਲੈਣਾ ਇਸੇ ਸੰਦਰਭ 'ਚ ਹੀ, ਵੀ ਅੱਜ ਕੱਲ੍ਹ ਨਾ ਕਈ ਵਾਰੀ ਜਦੋਂ ਕਵੀ ਲਿਖਦੇ ਨੇ, ਹੈ ਨਾ, ਉਹ ਜਿਹੜੀ ਸਿੱਧੇ ਸਾਦੇ ਭਾਵ ਨਾਲ ਕਵਿਤਾ ਦੀ ਬਜਾਏ ਉਹਦੇ ਵਿੱਚ ਹੋਰ ਤਰ੍ਹਾਂ ਦੇ ਅਲੰਕਾਰ ਨੂੰ ਵਰਤਣ ਦੀ ਕੋਸ਼ਿਸ਼ ਕਰਦੇ ਨੇ, ਜਾਂ ਮੈਟਾਫਰ ਦੇ ਚੱਕਰ ਦੇ ਵਿੱਚ ਮਤਲਬ ਸਿੰਪਲ ਨੂੰ ਕੰਪਲੈਕਸ ਕਰ ਦਿੰਦੇ ਨੇ। ਕਈ ਵਾਰੀ ਮੈਨੂੰ ਲੱਗਦਾ ਵੀ ਸ਼ਾਇਦ ਉਹ ਆਰਟ ਨਹੀਂ ਬਲਕਿ ਕ੍ਰਾਫਟ ਬਣ ਜਾਂਦੀ ਹੈ। ਕੀ ਖਿਆਲ ਤੁਹਾਡਾ ਦੇ ਬਾਰੇ ਵੀ? ਨਹੀਂ, ਮੈਂ ਇਹ ਬੜੀ ਇਹਦੇ ਬਾਰੇ ਇਹ ਹੈਗਾ ਕਿ ਕਵਿਤਾ ਤੇ ਉਹਦਾ ਸੰਚਾਰ, ਇਸ ਦੀ ਇਹ ਬੜਾ ਵੱਡਾ ਮਸਲਾ ਹੈ ਸਾਡੇ ਪੰਜਾਬੀ 'ਚ ਵੀ, ਦੂਜੀਆਂ ਭਾਸ਼ਾਵਾਂ ਵਿੱਚ ਵੀ ਆ ਜੀ। ਤਾਂ ਇਹ 'ਚ ਇਹੀ ਕਿ ਮਤਲਬ ਅਸੀਂ ਜਦੋਂ ਕਹਿੰਦੇ ਹਾਂ ਕਿ ਕਵਿਤਾ ਲੋਕਾਂ ਨਾਲ ਟੁੱਟ ਰਹੀ ਹੈ, ਕਵਿਤਾ ਸਾਹਿਤ ਲੋਕਾਂ ਨਾਲ ਟੁੱਟ ਰਿਹਾ, ਤਾਂ ਉਹ ਇਸੇ ਕਰਕੇ ਸ਼ਾਇਦ ਇਹਦਾ ਕਾਰਨ ਵੀ ਇਹੀ ਹੈ ਕਿ ਜਦੋਂ ਜਿਵੇਂ ਤੁਸੀਂ ਜ਼ਿਕਰ ਕੀਤਾ ਹੁਣ, ਇਹ ਜਿਹੜੀ ਮੇਰੀ ਇਹ ਕਿਤਾਬ ਸੀ, ਇਹ ਬਚਿਆ ਰਹੇਗਾ ਸਾਰਾ ਕੁਝ, ਇਹਦੇ ਵਿੱਚ ਜਿੰਨੇ ਲੋਕਾਂ ਦੀਆਂ ਮਤਲਬ ਮੈਨੂੰ ਫੋਨ ਆਏ, ਜਾਂ ਜਿੰਨੇ ਲੋਕਾਂ ਦੇ ਜਿਹਨਾਂ ਨੂੰ ਕਿਤਾਬ ਮਿਲੀ, ਉਹਨਾਂ ਨੇ ਪੜ੍ਹ ਕੇ ਉਹਨਾਂ ਦਾ ਰਿਵਿਊ ਇਹਦੇ ਬਾਰੇ ਇਹ ਸੀ ਵੀ ਯਾਰ ਕਵਿਤਾਵਾਂ ਬੜੀਆਂ ਪਿਆਰੀਆਂ, ਵੀ ਸਾਰੀਆਂ ਕਵਿਤਾਵਾਂ ਇਸ ਤਰ੍ਹਾਂ ਦੀ ਚੋਣ ਕੀਤੀ ਵੀ ਜਿਹੜੀਆਂ ਲੋਕਾਂ ਨੂੰ ਸਮਝ ਆਉਂਦੀਆਂ ਜਾਣੀ। ਬਿਲਕੁਲ ਬਿਲਕੁਲ। ਤੇ ਮੈਨੂੰ ਲੱਗਦਾ ਹੁੰਦਾ ਵੀ ਜੇ ਜਿੰਨਾ ਚਿਰ ਤੁਹਾਡੀ ਕਵਿਤਾ ਦੇਖੋ ਜੇ ਸਮਝ ਨਹੀਂ ਆਉਂਦੀ ਜਾਣੀ, ਜੇ ਤੁਸੀਂ ਆਮ ਬੰਦਿਆਂ ਬਾਰੇ ਕਵਿਤਾ ਲਿਖੀ ਤੇ ਉਹ ਆਮ ਲੋਕਾਂ ਨੂੰ ਸਮਝ ਹੀ ਨਹੀਂ ਆਈ, ਹੈ ਨਾ, ਤਾਂ ਉਹ ਕਵਿਤਾ ਤੋਂ ਆਮ ਬੰਦੇ ਨੇ ਕੀ ਲੈਣਾ ਦੇਣਾ, ਹੈ ਨਾ। ਮਤਲਬ ਫਿਰ ਤਾਂ ਇੱਕ ਬੌਧਿਕ ਜਾਣੀ ਇੱਕ ਬੌਧਿਕ ਗੱਤਕੇਬਾਜ਼ੀ ਹੋ ਗਈ, ਤੁਸੀਂ ਮਤਲਬ ਆਪਣੇ ਆਪ ਨੂੰ 10-12 ਆਪਣੇ ਵਾਹ-ਵਾਹ ਕਰ ਲਈ ਤੇ ਸੁਣ ਲਈ ਤੇ ਖਤਮ ਹੋ ਗਈ, ਹੈ ਨਾ।
ਤਾਂ ਜਿਹਦੇ ਲਈ ਤੁਸੀਂ ਕਵਿਤਾ ਲਿਖਦੇ ਹੋ, ਜਿਹੜੀ ਕਵਿਤਾ ਤੁਹਾਡੀ ਕਵਿਤਾ ਦੀ ਭਾਸ਼ਾ ਜਿਹੜੀ ਹੈ ਤੁਹਾਡੀ, ਉਹ ਘੱਟੋ ਘੱਟ ਇਸ ਤਰ੍ਹਾਂ ਦੀ ਹੋਵੇ ਵੀ ਜਿਹੜੇ ਬੰਦੇ ਲਈ ਤੁਸੀਂ ਲਿਖ ਰਹੇ ਹੋ ਉਸ ਨੂੰ ਸਮਝ ਤਾਂ ਆਵੇ ਨਾ। ਇਸੇ ਲਈ ਲੋਕ ਜਿਹੜੇ ਸਾਹਿਤ ਨਾਲ ਜਾਂ ਕਵਿਤਾ ਦੇ ਨਾਲ ਇਸੇ ਲਈ ਟੁੱਟਦੇ ਆ ਵੀ ਜਦੋਂ ਉਹਨਾਂ ਨੂੰ ਲੱਗਦਾ ਕਿ ਯਾਰ ਇਹ ਤਾਂ ਗੱਲ ਸਮਝ ਹੀ ਨਹੀਂ ਪੈ ਰਹੀ ਕੁਛ ਵੀ ਕੀ ਆ, ਹੈ ਨਾ। ਸੋ ਇਸ ਤਰ੍ਹਾਂ ਦੀ ਮੇਰੀ ਕੋਸ਼ਿਸ਼ ਜਿਹੜੀ ਮੈਨੂੰ ਆਪਣੇ ਆਪ 'ਚ, ਮੈਂ ਆਪਣੀ ਕਵਿਤਾ ਲਿਖਦਾ ਤਾਂ ਮੈਨੂੰ ਇਹ ਹੁੰਦਾ ਕਿ ਸਭ ਤੋਂ ਪਹਿਲਾਂ ਜਿਹੜੀ ਕਵਿਤਾ, ਦੇਖੋ ਕਵਿਤਾ ਚੰਗੀ ਮਾੜੀ ਤਾਂ ਬਾਅਦ 'ਚ ਹੋਊਗੀ, ਪਹਿਲਾਂ ਸੰਚਾਰ ਤਾਂ ਹੋਵੇ ਨਾ, ਪਹਿਲਾਂ ਸਮਝ ਤਾਂ ਆਵੇ ਨਾ ਤੁਹਾਨੂੰ, ਤੁਸੀਂ ਉਹਨੂੰ ਫੇਰ ਕਹੋਗੇ ਚੰਗੀ ਹੈ ਜਾਂ ਮਾੜੀ ਆ। ਤੇ ਜਿੰਨਾ ਚਿਰ ਤੁਹਾਡੇ ਕੋਲ ਸੰਚਾਰ ਹੀ ਨਹੀਂ ਹੁੰਦੀ ਕਵਿਤਾ, ਤੁਹਾਨੂੰ ਸਮਝ ਹੀ ਨਹੀਂ ਪਈ ਜਾਣੀ, ਤਾਂ ਉਹਦੇ ਵਿੱਚੋਂ ਮੈਨੂੰ ਲੱਗਦਾ ਫਿਰ ਬਾਅਦ 'ਚ ਹੋਰ ਮਸਲੇ ਪੈਦਾ ਹੁੰਦੇ। ਬਿਲਕੁਲ ਹਾਂਜੀ। ਸਿਰਫ ਕਵਿਤਾ ਹੀ ਨਹੀਂ, ਅੱਜ ਕੱਲ੍ਹ ਦੀ ਜੇ ਕਹਾਣੀ ਦੀ ਆਪਾਂ ਗੱਲ ਕਰੀਏ ਨਾ, ਉਹ ਵੀ ਬੜੀ ਮਤਲਬ ਵੀ ਕੰਪਲੀਕੇਟਡ ਜੀ ਅਸੀਂ ਬਣਾਈ ਜਾਂਦੇ ਹਾਂ। ਹਾਲਾਂਕਿ ਚਾਹੀਦਾ ਤੇ ਇਹ ਵੀ ਸਾਡੀ ਜਿਹੜੀ ਅਪਰੋਚ ਆ ਵੱਧ ਤੋਂ ਵੱਧ ਆਮ ਲੋਕਾਂ ਤੱਕ ਹੋਵੇ, ਨਾ ਕਿ ਅਸੀਂ ਸਿਰਫ ਕਹਾਣੀ ਜੇ ਇਸ ਤਰ੍ਹਾਂ ਵੀ ਲੱਗਦਾ ਕਿ ਵੀ ਜਿਵੇਂ ਕੁਝ ਵਿਦਵਾਨਾਂ ਨੂੰ ਸ਼ਾਇਦ ਸੁਣਾਉਣੀ ਆ, ਜਾਂ ਅਸੀਂ ਆਪਣੀ ਫਿਲਾਸਫੀ ਜਾਂ ਵਿਦਵਾਨੀ ਘੋੜਨ ਵਾਸਤੇ ਕਰ ਰਹੇ ਹਾਂ। ਪਿੱਛੇ ਦਾ ਇਹ ਵੀ ਬੜਾ ਵੱਡਾ ਮਸਲਾ ਚੱਲ ਗਿਆ ਕਿ ਲੰਬੀ ਕਹਾਣੀ ਲਿਖਣ ਦਾ ਰਿਵਾਜ ਜਾਣੀ, ਭਾਵੇਂ ਉਹ 'ਚ ਤੁਸੀਂ ਮਤਲਬ ਕਹਾਣੀ ਭਾਵੇਂ 10 ਪੇਜ ਦੀ ਪਰ ਉਹਨੂੰ 100 ਪੇਜ ਦੀ ਬਣਾਉਣਾ ਕਿਵੇਂ ਜਾਣੀ, ਇਹ ਵੀ ਬੜੀ ਵੱਡੀ ਇੱਕ ਜਾਣੀ ਮਤਲਬ ਜਿਹੜਾ ਬੇਵਜ੍ਹਾ ਦਾ ਵਰਤਾਂਤ ਜਿਹੜਾ ਉਹ 'ਚ ਪਾਉਣਾ ਜਾਂ ਹੈ ਨਾ। ਪਰ ਉਹ ਲੋਕ ਉਸ ਨੂੰ ਜਿਹੜਾ ਮਤਲਬ ਆਪਣੇ ਆਪ ਹੀ ਲੋਕ ਉਹਦਾ ਫੈਸਲਾ ਕਰਦੇ, ਉਹਨੂੰ ਕਬੂਲ ਨਹੀਂ ਕਰਦੇ ਹੈਗੇ। ਹਾਂਜੀ ਬਿਲਕੁਲ। ਸੋ ਅਸੀਂ ਜਿਹੜੀ ਆ ਤੁਹਾਡੀ ਦੂਜੀ ਕਿਤਾਬ ਇਹਦੇ ਵਿੱਚ ਵੀ ਕਵਿਤਾ ਸੁਣਾਂਗੇ। ਅੱਛਾ, ਉਸ ਤੋਂ ਪਹਿਲਾਂ ਆਪਾਂ ਤੁਹਾਡਾ ਜਿਹੜਾ ਰਸਾਲਾ ਤੁਸੀਂ ਕੱਢਦੇ ਜੇ ਹੈ ਨਾ ਮੈਗਜ਼ੀਨ ਪ੍ਰਤੀਮਾਨ, ਹੈ ਨਾ, ਤੋਂ ਜਿਹੜਾ ਪਿਛਲੇ 18 ਸਾਲ ਤੋਂ ਤੁਸੀਂ, ਇਹ ਕਹਿੰਦੇ ਨੇ ਵੀ ਰਸਾਲਾ ਕੱਢਣਾ ਸੌਖਾ ਹੈ ਪਰ ਇਹਨੂੰ ਲਗਾਤਾਰ ਕੱਢਦੇ ਰਹਿਣਾ, ਹੈ ਨਾ, ਬਰਕਰਾਰ ਰੱਖਣਾ ਉਹ ਬੜਾ ਔਖਾ ਹੈ। ਤੇ ਕਿਵੇਂ ਦਾ ਸਾਰਾ ਰਲਿਆ ਮਿਲਿਆ ਖੱਟੇ ਮਿੱਠੇ ਤਜਰਬੇ? ਨਹੀਂ, ਬੜੇ ਬਹੁਤ ਖੱਟੇ ਮਿੱਠੇ ਬੜੇ ਤਜਰਬੇ ਰਹੇ ਆ, ਪਰ ਈਵਨ ਦੈਨ ਪਰ ਮੈਂ ਸਮਝਦਾ ਕਿ ਜੇ ਤੁਹਾਡੇ ਅੰਦਰ ਲਗਨ ਹੋਵੇ ਕਿਸੇ ਕੰਮ ਦੀ, ਹੈ ਨਾ, ਜਿਵੇਂ ਤੁਹਾਨੂੰ ਮੈਂ ਦੇਖਦਾ ਕਿ ਤੁਸੀਂ ਕਿੰਨੇ ਸਾਲਾਂ ਤੋਂ, ਮੇਰਾ ਖਿਆਲ ਤੁਸੀਂ ਮੇਰੀ ਪਿਛਲੀ ਇੰਟਰਵਿਊ ਜਿਹੜੀ ਅੱਜ ਤੋਂ 7-8 ਸਾਲ ਹੋ ਗਏ ਮੇਰਾ ਖਿਆਲ ਕੀਤੀ, ਤੁਸੀਂ ਵੀ ਆਪਣੇ ਇਸੇ ਇੱਕ ਲਗਨ ਦੇ ਵਿੱਚ ਜੁੜੇ ਹੋ। ਜਦੋਂ ਤੁਸੀਂ ਇੱਕ ਬੰਦੇ ਦੇ ਮਨ ਦੇ ਵਿੱਚ ਇਹ ਹੋਵੇ ਨਾ ਕਿ ਮੈਂ ਕੰਮ ਕਰਨਾ ਵਾ, ਤਾਂ ਤੁਹਾਨੂੰ ਭਾਵੇਂ ਕਿੰਨੇ ਵੀ ਔਖੇ ਹੋਣ ਪਰ ਉਹ ਹਾਲਾਤ ਤੁਹਾਡੇ ਲਈ ਤੁਸੀਂ ਜਿਹੜੇ ਸਾਜ਼ਗਰ ਬਣਦੇ ਜਾਂਦੇ ਹੌਲੀ ਹੌਲੀ। ਤਾਂ ਇਸ ਕਰਕੇ ਮੈਨੂੰ ਲੱਗਦਾ ਕਿ ਠੀਕ ਹੈ, ਬਹੁਤ ਕਈ ਵਾਰੀ ਬੜਾ ਔਖਾ ਵੀ ਲੱਗਦਾ, ਕਈ ਵਾਰੀ ਬੜੀਆਂ ਦੁਸ਼ਵਾਰੀਆਂ ਵੀ ਪੇਸ਼ ਆਉਂਦੀਆਂ, ਬੜੀ ਮਤਲਬ ਅੜਚਨਾਂ ਵੀ ਆਉਂਦੀਆਂ, ਪਰ ਈਵਨ ਦੈਨ ਪਰ ਮੈਨੂੰ ਹਜੇ ਹੈ ਕਿ ਮੈਂ 18 ਸਾਲ ਤੋਂ ਅਸੀਂ ਮੈਗਜ਼ੀਨ ਕੱਢ ਰਹੇ ਹਾਂ ਤੇ ਬੜਾ ਵਧੀਆ ਮੈਗਜ਼ੀਨ ਨਿਕਲ ਰਿਹਾ। ਮਤਲਬ ਉਹ 'ਚ ਜਿਹੜੇ ਅਸੀਂ ਖਾਸ ਤੌਰ 'ਤੇ ਜਿਵੇਂ ਦਾ ਅਸੀਂ ਜਿੰਨੀ ਕੁ ਸਾਡੀ ਆਪਣੀ ਸਮਰੱਥਾ ਮੁਤਾਬਕ ਜਿਹੋ ਜਿਹਾ ਲਿਟਰੇਚਰ ਅਸੀਂ ਦੇ ਸਕਦੇ ਤਾਂ ਉਸ ਤਰ੍ਹਾਂ ਦਾ ਜਿਹੜਾ ਕੰਮ ਕਰ ਰਹੇ ਹਾਂ। ਜੀ 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 ਜੀ। ਤੇ ਆਪਾਂ ਤੁਹਾਡੇ ਕੋਲ ਕਵਿਤਾ ਸੁਣਨੀ, ਪਰ ਉਸ ਤੋਂ ਪਹਿਲਾਂ ਇੱਕ ਹੋਰ ਮੇਰਾ ਸਵਾਲ ਮੇਰੇ ਜ਼ਿਹਨ 'ਚ ਆ ਗਿਆ, ਹਾਲਾਂਕਿ ਆਪਣੇ ਵਿਸ਼ੇ ਦੇ ਵਿੱਚ ਨਹੀਂ ਹੈਗਾ, ਇਹ ਇਨਕਲੂਡ ਵਿਸ਼ੇ ਤੋਂ ਬਾਹਰ ਹੀ ਆ, ਵੀ ਅੱਜ ਕੱਲ੍ਹ ਤੁਸੀਂ ਵੀ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੇ ਹੋ ਨਾ, ਦੇਖ ਰਹੇ ਹੋ ਅੱਜ ਕੱਲ੍ਹ ਜਿਹੜੀ ਲੇਖਕਾਂ ਦੇ ਵਿੱਚ ਨਾ, ਜਿਹਨੂੰ ਇਨਾਮਾਂ ਨੂੰ ਲੈ ਕੇ ਲਓ, ਮਾਣ ਸਨਮਾਨ ਨੂੰ ਲੈ ਕੇ ਨਾ ਬੜੀ ਦੌੜ ਕਹਿ ਲਓ, ਬੜੀ ਖਾਨਾ ਜੰਗੀ ਜੀ ਲੱਗੀ ਹੋਈ ਆ, ਕੀ ਕਹੋਗੇ ਕਿਉਂ? ਨਹੀਂ ਬਸ ਇਹ ਮਤਲਬ ਮੈਨੂੰ ਲੱਗਦਾ ਕਿ ਜਿਵੇਂ ਖਾਸ ਤੌਰ 'ਤੇ ਹੁਣ ਤਾਂ ਸਾਡੇ ਇਸ ਤਰ੍ਹਾਂ ਦੀ ਆ ਕਿ ਅਸੀਂ ਮਤਲਬ ਆਪਣੀ ਜਿਹੜੀ ਰਚਨਾਤਮਕਤਾ ਉਹਦੇ ਵੱਲ ਘੱਟ ਧਿਆਨ ਦਿੰਦੇ ਹਾਂ, ਤਾਂ ਇਸ ਤਰ੍ਹਾਂ ਦੀ ਜਿਹੜੀ ਜੁਗਾੜਬੰਦੀਆਂ ਜਾਂ ਇਸ ਤਰ੍ਹਾਂ ਦੇ ਨਾਮ ਸਨਮਾਨ ਆ ਜਿਹੜੇ, ਉਹਨਾਂ ਵੱਲ ਅਸੀਂ ਜ਼ਿਆਦਾ, ਸਾਡੀ ਜਿਹੜੀ ਦੌੜ ਆ ਉਹ ਹੈਗੀ ਆ। ਪਰ ਇਹਦਾ ਅਲਟੀਮੇਟਲੀ ਜਿਹੜਾ ਲਿਟਰੇਚਰ ਨੂੰ ਜਿਹੜਾ ਮੈਂ ਸਮਝਦਾ ਕਿ ਇਹਦਾ ਨੁਕਸਾਨ ਹੀ ਪਹੁੰਚਦਾ ਇਹਦਾ, ਹੈ ਨਾ, ਕਿਉਂਕਿ ਜਿਹੜੀ ਆ ਸਾਹਿਤ ਦੀ ਗੱਲ ਘੱਟ ਆ ਤੇ ਇਨਾਮਾਂ ਸਨਮਾਨਾਂ ਦੀ ਜਿਹੜੀ ਦੌੜ ਆ ਉਹ ਜ਼ਿਆਦਾ ਵੱਡੀ ਆ, ਹੈ ਨਾ। ਪਰ ਮੈਂ ਆਪਣੇ ਆਪ ਨੂੰ ਮੈਂ ਇਹ ਸਮਝਦਾ ਕਿ ਮੈਂ ਹੁਣ ਤੱਕ 35 ਕਿਤਾਬਾਂ ਅਨੁਵਾਦ ਕੀਤੀਆਂ, ਹੈ ਨਾ। ਤਾਂ ਪਰ ਮੈਂ ਮਤਲਬ ਮੈਨੂੰ ਕਈ ਵਾਰੀ ਕਈ ਬੰਦੇ ਕਹਿੰਦੇ ਯਾਰ ਉਹ ਫਲਾਣੇ ਇਨਾਮ ਲਈ ਅਪਲਾਈ ਕਰਦੇ ਹੋ, ਮੈਂ ਕਿਹਾ ਯਾਰ ਛੱਡੋ ਪਰੇ, ਮੈਂ ਤਾਂ ਮੈਨੂੰ ਉਹਨੇ ਚਿਰ 'ਚ ਮੈਂ ਕਿਤਾਬ ਅਨੁਵਾਦ ਕਰ ਦੇਣੀ ਹੈ ਨਾ। ਤਾਂ ਤੁਹਾਡਾ ਮੰਨਣਾ ਵੀ ਮੈਂ ਆਪਣਾ ਕੰਮ ਕਰੀ ਜਾਣਾ ਆਪਣੀ ਧੁਨ 'ਚ, ਕਿਸੇ ਵੀ ਬੰਦੇ ਨੂੰ ਮੈਂ ਕਹਿੰਦਾ ਕੋਈ ਵੀ ਰਚਨਾਕਾਰ ਆ ਜਿਹੜਾ, ਕੋਈ ਵੀ ਜਿਹੜਾ ਬੰਦਾ ਆਰਟਿਸਟ ਆ ਜਾਂ ਉਹਨੂੰ ਆਪਣਾ ਕੰਮ ਹੀ ਕਰਨਾ ਚਾਹੀਦਾ ਉਹਨੂੰ, ਹੈ ਨਾ। ਉਹਨੂੰ ਨਾਮ ਸਨਮਾਨ ਠੀਕ ਆ, ਉਹਦੇ ਨਾਮ ਸਨਮਾਨ ਜੇ ਮਿਲ ਜਾਣ ਤਾਂ ਬੜੀ ਚੰਗੀ ਗੱਲ ਆ। ਤੇ ਪਰ ਮੈਨੂੰ ਲੱਗਦਾ ਹੁੰਦਾ ਕਿ ਇਹ ਵੀ ਕੋਈ ਅਲਟੀਮੇਟ ਨਹੀਂ ਹੈਗਾ ਕਿ ਨਾਮ ਸਨਮਾਨ ਮਿਲਣ ਨਾਲ ਹੀ ਬੰਦਾ ਵੱਡਾ ਬਣਦਾ, ਨਹੀਂ ਵੀ ਬੜੇ ਲੋਕਾਂ ਨੂੰ ਨਹੀਂ ਵੀ ਮਿਲੇ, ਦਵਿੰਦਰ ਸਤਿਆਰਥੀ ਨੂੰ ਸਾਹਿਤ ਅਕਾਡਮੀ ਨਹੀਂ ਮਿਲਿਆ ਤਾਂ ਕਿਹੜਾ ਉਹ ਛੋਟੇ ਹੋ ਗਏ, ਹੈ ਨਾ। ਤਾਂ ਬੜੇ ਲੋਕ ਨੇ ਜਿਨ੍ਹਾਂ ਨੂੰ ਮਤਲਬ ਨਾਲੇ ਸ਼ਾਇਦ ਲੇਖਕ ਜ਼ਰੂਰੀ ਥੋੜੀ ਵੀ ਨਾਮ ਲਈ ਲਿਖਦਾ, ਹੈ ਨਾ। ਬਿਲਕੁਲ ਉਹ ਤਾਂ ਆਪਣੇ ਪਾਠਕਾਂ ਲਈ ਲਿਖਦਾ ਜਾਂ ਆਪਣੇ ਆਪ ਲਈ ਲਿਖਦਾ, ਆਪਣੇ ਤੁਸੀਂ ਹਾਂਜੀ ਤੁਸੀਂ ਇੱਕ ਤੁਹਾਡਾ ਇੱਕ ਬੜਾ, ਮੈਂ ਕਹਿੰਦਾ ਹੁੰਦਾ ਕਿ ਲੇਖਣੀ ਜਿਹੜੀ ਇੱਕ ਸਮਾਜਿਕ ਕਰਮ ਆ ਜਾਣੀ ਇੱਕ, ਹੈ ਨਾ। ਤਾਂ ਤੁਸੀਂ ਇੱਕ ਸਮਾਜ ਵਾਸਤੇ ਤੁਸੀਂ ਆਪਣਾ ਵੀ ਤੁਹਾਡਾ ਇੱਕ ਲਿਖਿਆ ਬੋਲ ਪਤਾ ਨਹੀਂ ਕਿਸੇ ਦੀ ਜ਼ਿੰਦਗੀ ਨੂੰ ਕਿੱਧਰ ਨੂੰ ਲੈ ਜਾਂਦਾ। ਹਾਂਜੀ, ਤੇ ਪਰ ਇਹ ਵੀ ਜਿਹੜਾ ਮੈਂ ਸਮਝਦਾ ਕਿ ਸਾਹਿਤਕਾਰ ਨੂੰ ਆਪਣਾ ਜਿਹੜੀ ਆ ਰਚਨਾਤਮਕਤਾ ਜਿਹੜੀ ਆ ਜਾਂ ਆਪਣੀ ਲੇਖਣੀ ਆ ਜਾਂ ਉਹਦੇ ਵੱਲ ਹੀ ਬਹੁਤਾ ਜਿਹੜਾ ਕੇਂਦਰ ਤੋਂ ਉਸ ਤੇ ਰੱਖਣਾ ਚਾਹੀਦਾ। ਜੀ ਜੀ ਜੀ, ਸਹੀ ਗੱਲ ਹੈ, ਮਿਹਨਤ ਕਰਦੇ ਰਹੋ। ਮੈਂ ਨਾ ਪਿਛਲੀ ਵਾਰੀ ਇੱਕ ਇੰਟਰਵਿਊ ਕਰੀ ਸੀ ਡਾਕਟਰ ਦਲੀਪ ਕੌਰ ਟਿਵਾਣਾ ਹੁਣਾਂ ਦੀ, ਉਹ ਉਹਨਾਂ ਨਾਲ ਗੱਲਬਾਤ ਹੋਈ ਤਾਂ ਇਹੀ ਕਹਿੰਦੇ ਸੀ, ਕਹਿੰਦੇ ਮੈਨੂੰ ਤਾਂ ਜਿੰਨੇ ਮਾਣ ਸਨਮਾਨ ਮਿਲੇ ਘਰ ਬੈਠਿਆਂ ਮਿਲੇ ਨੇ, ਤੇ ਮੈਨੂੰ ਤਾਂ ਲੋਕਾਂ ਨੇ ਦੱਸਿਆ ਵੀ ਤੁਹਾਨੂੰ ਫਲਾਨਾ ਮਿਲ ਗਿਆ ਜੀ, ਫਲਾਨਾ ਮਤਲਬ ਆਹ ਤੁਹਾਨੂੰ ਅਵਾਰਡ ਮਿਲ ਗਿਆ। ਬਿਲਕੁਲ ਜੀ, ਤੇ ਇਹ ਵੀ ਗੱਲ ਆ, ਪਰ ਹੁਣ ਅਸੀਂ ਮਤਲਬ ਜਲਦੀ ਦੌੜ 'ਚ ਕਹਿ ਲਓ, ਹੈ ਨਾ, ਜਲਦੀ ਲੱਗੇ ਹੋਏ ਆ ਸਾਰੇ। ਚਲੋ ਖੈਰ, ਹੁਣ ਤੱਕ ਤੋਂ ਆਪਾਂ ਆਖਰ 'ਚ ਕਵਿਤਾ ਸੁਣਦੇ ਹਾਂ ਤੇ ਫਿਰ ਆਪਾਂ ਪ੍ਰੋਗਰਾਮ ਨੂੰ ਸਮੇਟਦੇ ਹਾਂ ਜੀ। ਮੈਂ ਤੁਹਾਨੂੰ ਇਸ ਕਿਤਾਬ ਦੇ ਵਿੱਚੋਂ ਹੀ ਤੁਹਾਨੂੰ ਕਵਿਤਾ ਸੁਣਾਉਣਾ। ਜੀ ਜੀ, ਇਹ ਹੈਗੀ ਆ ਸਾਡੇ ਬੜੇ ਪਿਆਰੇ ਕਵੀ ਸੀਗੇ ਹਿੰਦੀ ਦੇ, ਮੰਗਲੇਸ਼ ਡਬਰਾਲ। ਜੀ ਜੀ ਜੀ, ਉਹਨਾਂ ਦੀ ਕਵਿਤਾ ਕਿ ਪਿਤਾ ਦੀ ਐਨਕ। ਜੀ,
ਬੁਢਾਪੇ ਦੇ ਸਮੇਂ ਪਿਤਾ ਦੀਆਂ ਸਾਰੀਆਂ ਐਨਕਾਂ ਇੱਕ ਇੱਕ ਕਰਕੇ ਬੇਕਾਰ ਹੋ ਗਈਆਂ। ਜੀ। ਬੁਢਾਪੇ ਦੇ ਸਮੇਂ ਪਿਤਾ ਦੀਆਂ ਸਾਰੀਆਂ ਐਨਕਾਂ ਇੱਕ ਇੱਕ ਕਰਕੇ ਬੇਕਾਰ ਹੋ ਗਈਆਂ। ਅੱਖਾਂ ਦੇ ਕਈ ਡਾਕਟਰਾਂ ਨੂੰ ਦਿਖਾਇਆ ਮਾਹਰਾਂ ਦੇ ਕੋਲ। ਅੰਤ ਵਿੱਚ ਸਭ ਨੇ ਕਿਹਾ ਤੁਹਾਡੀਆਂ ਅੱਖਾਂ ਦਾ ਹੁਣ ਕੋਈ ਇਲਾਜ ਨਹੀਂ। ਜਿੱਥੇ ਚੀਜ਼ਾਂ ਦੀ ਤਸਵੀਰ ਬਣਦੀ ਹੈ ਅੱਖ ਵਿੱਚ ਜੀ, ਉੱਥੇ ਖੂਨ ਦਾ ਜਾਣਾ ਬੰਦ ਹੋ ਗਿਆ ਹੈ, ਕਹਿ ਕੇ ਉਹਨਾਂ ਨੇ ਕੋਈ ਭਾਰੀ ਭਰਕਮ ਜਿਹਾ ਨਾਂ ਦੱਸਿਆ। ਪਰ ਪਿਤਾ ਨੂੰ ਕਦੇ ਯਕੀਨ ਨਾ ਆਇਆ। ਨਵੀਆਂ ਪੁਰਾਣੀਆਂ ਜੋ ਵੀ ਐਨਕਾਂ ਉਹਨਾਂ ਨੇ ਜਮ੍ਹਾਂ ਕੀਤੀਆਂ ਸਨ, ਸਭ ਨੂੰ ਬਦਲ ਕੇ ਲਾਉਂਦੇ। ਆਤਸ਼ੀ ਸ਼ੀਸ਼ਾ ਵੀ ਸਿਰਫ ਕੁਝ ਦੇਰ ਅਖਬਾਰ ਪੜ੍ਹਨ ਵਿੱਚ ਮਦਦ ਕਰਦਾ। ਇੱਕ ਦਿਨ ਉਹਨਾਂ ਨੇ ਮੈਨੂੰ ਕਿਹਾ ਕਿ ਮੈਨੂੰ ਉਹ ਐਨਕਾਂ ਲਿਆ ਕੇ ਦੇ ਜੋ ਫੁੱਟਪਾਥ ਤੇ ਵਿਕਦੀਆਂ ਹਨ। ਉਹਨਾਂ ਨੂੰ ਸਮਝਾਉਣਾ ਬਹੁਤ ਔਖਾ ਸੀ ਕਿ ਉਹ ਐਨਕਾਂ ਤਾਂ ਬੱਚਿਆਂ ਦੇ ਲਈ ਹੁੰਦੀਆਂ ਹਨ ਤੇ ਵੱਡਿਆਂ ਦੇ ਕੰਮ ਨਹੀਂ ਆਉਂਦੀਆਂ। ਪਿਤਾ ਦੇ ਆਖਰੀ ਸਮੇਂ ਜਦੋਂ ਮੈਂ ਘਰ ਗਿਆ ਤਾਂ ਉਹਨਾਂ ਨੇ ਕਿਹਾ ਕਿ ਸੰਸਾਰ ਤੋਂ ਜਾਣ ਵੇਲੇ ਹੁਣ ਮੈਨੂੰ ਕੋਈ ਦੁੱਖ ਨਹੀਂ ਹੈ। ਤੂੰ ਹਾਲਾਂਕਿ ਮੇਰੀ ਬਹੁਤ ਘੱਟ ਖਬਰ ਲਈ, ਪਰ ਮੇਰਾ ਇਲਾਜ ਦੇਖਭਾਲ ਚੰਗੀ ਤਰ੍ਹਾਂ ਕਰਦਾ ਰਿਹਾ। ਬਸ ਇੱਕੋ ਇੱਛਾ ਰਹਿ ਗਈ ਕਿ ਤੂੰ ਮੇਰੇ ਲਈ ਫੁੱਟਪਾਥ ਤੇ ਵਿਕਣ ਵਾਲੀਆਂ ਐਨਕਾਂ ਲੈ ਆਉਂਦਾ ਤਾਂ ਉਹਨਾਂ ਵਿੱਚੋਂ ਕੋਈ ਨਾ ਕੋਈ ਜ਼ਰੂਰ ਮੇਰੀਆਂ ਅੱਖਾਂ ਤੇ ਫਿੱਟ ਹੋ ਜਾਂਦੀ। ਵਾਹ ਜੀ ਵਾਹ। ਦੇਖੋ ਨਾ ਕਿੱਡਾ ਖੂਬਸੂਰਤ ਅਹਿਸਾਸ ਆ ਨਾ ਵੀ ਕਵਿਤਾ ਤੁਹਾਨੂੰ ਕਿੱਥੋਂ ਲੈ ਕੇ ਨਾਲ ਤੁਰਦੀ ਹੈ ਤੇ ਕਿੱਥੇ ਜਾ ਕੇ ਹਨਾ ਕਿੱਥੇ ਤੁਹਾਨੂੰ ਜਾ ਕੇ ਛੱਡਦੀ ਹੈ। ਵਾਹ ਜੀ ਵਾਹ, ਸਹੀ ਗੱਲ ਆ। ਇਹੀ ਸ਼ਾਇਦ ਮਤਲਬ ਸ਼ਾਇਦ ਕਹਿ ਲਏ ਵੀ ਕਵਿਤਾ ਦਾ ਹਾਸਲ ਆ ਹੈ ਨਾ, ਵੀ ਛੋਟੀ ਜੀ ਗੱਲ ਵੀ ਤੁਹਾਨੂੰ ਜਾ ਕੇ ਕਿੱਥੇ ਜਾ ਕੇ ਤੁਹਾਡੇ ਦਿਲ ਤੇ ਟਕਰਾਉਂਦੀ ਹੈ। ਸੋ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਦਿਲ ਦੀਆਂ ਗਹਿਰਾਈਆਂ ਚੋਂ ਤੁਸੀਂ ਆਪਣੇ ਰੁਝੇਵਿਆਂ ਚੋਂ ਸਾਡੇ ਲਈ ਵਕਤ ਕੱਢਿਆ ਤੇ ਬਹੁਤ ਬਹੁਤ ਧੰਨਵਾਦ। ਨਹੀਂ ਗੁਰਦੇਵ ਜੀ, ਤੁਹਾਡਾ ਵੀ ਧੰਨਵਾਦ ਤੇ ਤੁਹਾਡੇ ਜਿਹੜਾ ਪਲੱਸ ਟੀਵੀ ਆ ਤੁਹਾਡਾ ਉਸ ਦਾ ਵੀ ਬਹੁਤ ਜਿਹੜਾ ਥੈਂਕਸ ਕਿ ਤੁਸੀਂ ਅੱਜ ਇਸ ਕਿਤਾਬ ਦੀਆਂ ਗੱਲਾਂ, ਆਪਣੀ ਕਵਿਤਾ ਦੇ ਬਾਰੇ, ਅਨੁਵਾਦ ਦੇ ਬਾਰੇ ਜਿਹੜੇ ਆ ਆਪਣੇ ਅਨੁਭਵ ਜਿਹੜੇ ਸਾਂਝੇ ਕਰਨ ਦਾ ਮੌਕਾ ਦਿੱਤਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਜਦੋਂ ਵੀ ਅਸੀਂ ਤੁਹਾਨੂੰ ਮਿਲਦੇ ਹਾਂ ਬਹੁਤ ਖੁਸ਼ੀ ਹੁੰਦੀ, ਕਿਉਂਕਿ ਲੇਖਕ ਹੋਣਾ ਜਾਂ ਰਾਈਟਰ ਹੋਣਾ ਹੋਰ ਗੱਲ ਆ। ਇਨਸਾਨ ਦੇ ਤੌਰ ਤੇ ਤੁਸੀਂ ਬੜੇ ਖੁਸ਼ ਹੋ ਕੇ ਸਾਨੂੰ ਮਿਲਦੇ ਜੇ ਤੇ ਨਾਲ ਹੀ ਅਸੀਂ ਵਾਅਦਾ ਕਰਦੇ ਹਾਂ ਵੀ ਤੁਹਾਨੂੰ ਫਿਰ ਜਲਦੀ ਆਪਾਂ ਕਿ ਤੀਜੀ ਮੁਲਾਕਾਤ, ਜੇ ਦੂਜੀ ਹੋਈ ਤਾਂ ਤੀਜੀ ਵੀ ਹੋਏਗੀ, ਕਿਸੇ ਹੋਰ ਵਿਸ਼ੇ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ। ਸੋ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ। ਸੋ ਦਰਸ਼ਕੋ, ਇਹ ਸਨ ਡਾਕਟਰ ਅਮਰਜੀਤ ਸਿੰਘ ਕੌਂਕੇ ਹੋਣੀ, ਜਿਨ੍ਹਾਂ ਨੇ ਬੜੇ ਆਪਣੇ ਕੀਮਤੀ ਵਿਚਾਰ ਤੁਹਾਡੇ ਸਾਹਮਣੇ ਰੱਖੇ ਨੇ। ਸੋ ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ। ਤੁਸੀਂ ਦੇਖਦੇ ਰਹੋ ਪਲੱਸ ਟੀਵੀ। ਧੰਨਵਾਦ ਜੀ। ਸ਼ੁਕਰੀਆ।